ਭਗਤ ਰਵਿਦਾਸ ਜੀ ਮਹਾਰਾਜ ਉਸ ਦੌਰ ਦੇ ਵਿੱਚ ਬਨਾਰਸ ਦੇ ਵਿੱਚ ਪੈਦਾ ਹੋਏ ਨੇ ਜਦ ਕਿ ਭਗਤੀ ਭਾਵ ਦੇ ਸੰਗੀਤ ਨਾਲ ਭਾਰਤ ਦਾ ਕੋਣਾ-ਕੋਣਾ ਸਰਸ਼ਾਰ ਹੋਇਆ ਸੀ। ਹਰ ਪਾਸੇ ਭਗਤੀ ਲਹਿਰ, ਹਰ ਪਾਸੇ ਭਗਤ ਭਾਵਨਾ ਵਿੱਚ ਡੁੱਬੇ ਹੋਏ ਮਹਾਪੁਰਸ਼ ਸਾਹਿਬ ਗੁਰੂ ਨਾਨਕ ਦੇਵ ਜੀ ਮਹਾਰਾਜ ਦਾ ਵਾਕ ਹੈ, ਵੈਸੇ ਤਾਂ ਹਰ ਜੁਗ ਜੁਗ ਭਗਤ ਉਪਾਇਆ, ਪੈਜ ਰਖਦਾ ਆਇਆ RAM ਰਾਜੇ। ਹਰ ਯੁਗ ਦੇ ਵਿੱਚ ਹਰ ਸਮੇਂ ਵਿੱਚ ਭਗਤ ਹੁੰਦੇ ਰਹੇ ਨੇ, ਸੰਤ ਹੁੰਦੇ ਰਹੇ ਨੇ, ਲੇਕਿਨ ਭਾਰਤ ਦਾ ਮੱਧ ਕਾਲ ਭਗਤੀ ਕਾਲ ਮੰਨਿਆ ਗਿਆ, ਜਿਸ ਦੇ ਵਿੱਚ ਚੌਂ ਦਿਸ਼ਾਵਾਂ ਦੇ ਵਿੱਚ ਭਗਤ ਹੀ ਭਗਤ ਪੈਦਾ ਹੋਏ। ਉਸੇ ਭਗਤੀ ਕਾਲ ਦੇ ਵਿੱਚ ਸੂਫੀ ਫਕੀਰਾਂ ਨੇ ਵੀ ਆਪਣੇ ਅਮਰ ਸੰਗੀਤ ਦੇ ਰਾਹੀਂ ਇਸ ਦੇਸ਼ ਨੂੰ ਅਧਿਆਤਮਿਕ ਤੌਰ ਤੇ ਸਰਸਬਜ਼ ਕੀਤਾ ਔਰ ਮਾਨਸਿਕ ਤੌਰ ਤੇ ਉੱਚਾ ਕੀਤਾ, ਜੀਵਨ ਦੀ ਜਾਂਚ ਦੱਸੀ। ਰਵਿਦਾਸ ਜੀ ਮਹਾਰਾਜ ਉਹਨਾਂ ਹੀ ਸਿਰਮੌਰ ਭਗਤਾਂ ਦੇ ਚੋਂ ਇੱਕ ਮਹਾਨ ਭਗਤ ਨੇ। ਪੇਸ਼ੇ ਦੇ ਚਮਾਰ ਪਰ ਚਮੜੇ ਤੋਂ ਉੱਚੇ ਜੀਣ ਵਾਲੇ, ਪੇਸ਼ੇ ਤੋਂ ਮੋਚੀ ਚਮੜੇ ਦਾ ਕੰਮ ਕਰਨ ਵਾਲੇ, ਪਰ ਸਰੀਰ ਦੇ ਚਮੜੇ ਤੋਂ ਉੱਚੇ ਹੋ ਕੇ ਉਹਨਾਂ ਨੇ ਸਾਰੀ ਜ਼ਿੰਦਗੀ ਬਤੀਤ ਕੀਤੀ। ਸਰੀਰ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ, ਚਮੜੀ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ, ਇੰਦਰੀਆਂ ਦੇ ਤਲ ਦੇ ਉੱਤੇ ਜੋ ਜੀ ਰਿਹਾ ਹੈ, ਵਾਸਤਵਿਕ ਚਮਾਰ ਤੇ ਉਹੀ ਹੈ, ਕਿਉਂਕਿ ਉਹ ਵੇਖਦਾ ਹੈ ਚਮੜੇ ਨੂੰ ਹੀ ਸਵਾਰਨਾ ਜ਼ਿੰਦਗੀ ਦਾ ਮਨੋਰਥ ਹੈ, ਚਮੜੇ ਖਲੜੀ ਦਾ ਹੀ ਰਸ ਮਾਣਨਾ ਜੀਵਨ ਦਾ ਲਕਸ਼ ਹੈ। ਐਸੇ ਪੁਰਸ਼ਾਂ ਨੂੰ ਚਮਾਰ ਆਖਿਆ ਜਾ ਸਕਦਾ ਹੈ। ਚਮੜੇ ਦਾ ਕੰਮ ਕਰਦਿਆਂ ਹੋਇਆਂ ਸੁਰਤ ਚਮੜੇ ਤੋਂ ਉੱਚੀ ਰੱਖਣੀ, ਇਹ ਕੋਈ ਭਗਤ ਰਵਿਦਾਸ ਜੀ ਮਹਾਰਾਜ ਤੋਂ ਸਿੱਖੇ। ਉਹਨਾਂ ਦਾ ਕਾਲ ਐਸਾ ਸੀ ਕਿ ਚਾਰੋਂ ਪਾਸੇ ਰਵਿਦਾਸ ਨੇ ਆਪਣੀ ਭਗਤੀ ਸੰਗੀਤ ਨਾਲ ਪ੍ਰਭਾਵਿਤ ਕੀਤਾ। ਹੈਰਾਨਗੀ ਦੀ ਗੱਲ ਹੈ ਕਿ ਅਨਪੜ੍ਹ ਜਦ ਵਿਦਿਅਕ ਮੰਦਰਾਂ ਦੇ ਦਰਵਾਜ਼ੇ ਵੀ ਆਪ ਲਈ ਬੰਦ ਨੇ, ਧਾਰਮਿਕ ਮੰਦਰਾਂ ਦੇ ਦੁਆਰ ਤੇ ਬੰਦ ਹੀ ਸਨ, ਲੇਕਿਨ ਐਸੀ ਅਗੰਮੀ ਵਿਦਿਆ ਆਪ ਦੇ ਅੰਦਰੋਂ ਫੁੱਟੀ, ਐਸਾ ਅਗੰਮੀ ਸੰਗੀਤ ਆਪ ਦੀ ਚੇਤਨਾ ਦੇ ਚੋਂ ਪ੍ਰਫੁੱਲਤ ਹੋਇਆ। ਦਰਅਸਲ ਇਹ ਹਕੀਕਤ ਹੈ ਕਿ ਪ੍ਰਮਾਤਮਾ ਜਦ ਵੀ ਕਿਸੇ ਦੇ ਅੰਦਰੋਂ ਪ੍ਰਗਟ ਹੁੰਦਾ ਹੈ, ਬਸ ਉਹ ਗੀਤ ਰਾਹੀਂ, ਸੰਗੀਤ ਰਾਹੀਂ। ਸੰਗੀਤ ਔਰ ਗੀਤ ਪ੍ਰਮਾਤਮਾ ਦੇ ਬਹੁਤ ਨਿਕਟ ਹੈ, ਬਹੁਤ ਨਿਕਟ ਹੈ। ਸੰਗੀਤ ਇੱਕ ਕਲਾ ਹੈ, ਗੀਤ ਇੱਕ ਕਲਾ ਹੈ, ਤੇ ਪ੍ਰਮਾਤਮਾ ਸਵੈਮ ਵੀ ਇੱਕ ਕਲਾਕਾਰ ਹੈ। ਐਸਾ ਮਹਾਨ ਕਲਾਕਾਰ ਕਿ ਉਸ ਦੀ ਕਲਾ ਚਾਰੋਂ ਪਾਸੇ ਸਾਨੂੰ ਦੇਖਣ ਨੂੰ ਮਿਲਦੀ ਹੈ। ਇੱਕ ਨਿੱਕਾ ਜਿਹਾ ਬੀਜ ਧਰਤੀ ਦੇ ਵਿੱਚ ਬੋ ਕੇ ਜਦੋਂ ਅੰਕੁਰਿਤ ਹੁੰਦਾ ਹੈ, ਕੋਮਲ ਰੂਪ ਉਸ ਦਾ ਧਰਤੀ ਤੋਂ ਬਾਹਰ ਨਿਕਲਦਾ ਹੈ, ਸਹਿਜੇ ਸਹਿਜੇ ਵਿਕਸਿਤ ਹੁੰਦਾ ਹੈ, ਸ਼ਾਖਾਂ ਪੱਤੇ, ਫਿਰ ਉਸ ਦੇ ਚੋਂ ਜਦ ਫੁੱਲ ਖਿੜਦੇ ਨੇ, ਫਲ ਲੱਗਦੇ ਨੇ। ਇਹ ਇੱਕ ਐਸੀ ਮਹਾਨ ਕਲਾ ਹੈ ਕਿ ਉਸ ਅਦੁੱਤੀ ਕਲਾਕਾਰ ਨੂੰ ਦਾਦ ਦਿੱਤੇ ਬਿਨਾ ਰਹਿ ਨਹੀਂ ਸਕਦਾ ਮਨੁੱਖ ਅਧਿਆਤਮ ਵਾਸੀ। ਉਸ ਦੀ ਕਲਾ ਚਾਰੋਂ ਪਾਸੇ ਫੈਲੀ ਹੋਈ ਹੈ, ਸਾਗਰ ਦੇ ਚੋਂ ਭਾਪ ਉੱਠਦੀ ਹੈ, ਉਮੜ ਉਮੜ ਕੇ ਉਹ ਚਾਰੋਂ ਪਾਸੇ ਬਰਸਦੀ ਹੈ। ਇਹ ਇੱਕ ਮਹਾਨ ਕਲਾ ਹੈ। ਪਹਾੜਾਂ ਦੇ ਚ ਝਰਨਿਆਂ ਦੀ ਰਫਤਾਰ ਔਰ ਇਹ ਗੁੰਜਾਰ, ਚਾਰੋਂ ਪਾਸੇ ਦਾ ਇਹ ਵਾਤਾਵਰਣ ਦਰਅਸਲ ਉਸ ਮਹਾਨ ਕਲਾਕਾਰ ਦੀ ਕਲਾ ਦੀ ਹੀ ਪ੍ਰਦਰਸ਼ਨੀ ਹੈ। ਕਦੀ ਕਦੀ ਸੰਗੀਤਕਾਰ, ਚਿੱਤਰਕਾਰ, ਮੂਰਤੀਕਾਰ ਔਰ ਲੇਖਕ ਲੋਕ ਆਪਣੀ ਕਲਾ ਦੀ ਖਾਸ ਰੂਪ ਵਿੱਚ ਪ੍ਰਦਰਸ਼ਨੀ ਕਰਾਇਆ ਕਰਦੇ ਨੇ, ਪਰ ਉਸ ਮਹਾਨ ਕਲਾਕਾਰ ਦੀ ਪ੍ਰਦਰਸ਼ਨੀ ਕਲਾ ਦੀ ਹਰ ਵਕਤ ਹੋ ਰਹੀ ਹੈ, ਹਰ ਥਾਂ ਤੇ ਹੋ ਰਹੀ ਹੈ। ਜਿਸ ਪਾਸੇ ਵੀ ਨਿਗਾਹ ਮਾਰੀਏ ਕਲਾ ਹੀ ਕਲਾ ਹੈ। ਚਾਹੇ ਆਸਮਾਨ ਤੇ ਝਾਤ ਮਾਰੀਏ, ਚਾਹੇ ਸਾਗਰ ਤੇ ਨਿਗਾਹ ਮਾਰੀਏ, ਚਾਹੇ ਪਹਾੜਾਂ ਦੀਆਂ ਚੋਟੀਆਂ ਨੂੰ ਵੇਖੀਏ, ਤੇ ਚਾਹੇ ਧਰਤੀ ਤੇ ਨਿਗਾਹ ਮਾਰੀਏ, ਚਾਹੇ ਪਸ਼ੂਆਂ ਨੂੰ ਵੇਖੀਏ, ਪਕਸ਼ੀਆਂ ਨੂੰ ਵੇਖੀਏ, ਬਨਸਪਤੀ ਨੂੰ ਵੇਖੀਏ, ਹਰ ਥਾਂ ਤੇ ਉਸ ਦੀ ਕਲਾ ਉਜਾਗਰ ਹੋ ਰਹੀ ਹੈ, ਪ੍ਰਗਟ ਹੋ ਰਹੀ ਹੈ। ਔਰ ਉਹ ਐਸਾ ਕਲਾਕਾਰ ਹੈ ਕਿ ਹਰ ਕਲਾ ਵਿੱਚ ਉਹ ਨਿਪੁੰਨ ਹੈ, ਜਿਸ ਨੂੰ ਗੁਰਬਾਣੀ ਕਹਿੰਦੀ ਹੈ, ਤੂੰ ਸਰਬ ਕਲਾ ਕਾ ਗਿਆਤਾ। ਤੂੰ ਹਰ ਤਰ੍ਹਾਂ ਦੇ ਕਲਾ ਦਾ ਗਿਆਨੀ ਹੈ। ਤੋ ਪ੍ਰਭੂ ਜਦ ਵੀ ਕਿਸੇ ਦੇ ਅੰਦਰ ਪ੍ਰਗਟ ਹੁੰਦਾ ਹੈ, ਕਲਾ ਦੇ ਰਾਹੀਂ ਹੁੰਦਾ ਹੈ।
ਭਗਤ ਰਵਿਦਾਸ ਜੋ ਪੇਸ਼ੇ ਦੇ ਚੋਂ ਚਮਾਰ ਨੇ, ਜੁੱਤੀਆਂ ਗੰਢਣਾ, ਨਵੀਆਂ ਜੁੱਤੀਆਂ ਬਣਾਉਣਾ, ਚਮੜੇ ਨੂੰ ਰੰਗਣਾ ਔਰ ਮੋਏ ਹੋਏ ਢੋਰਾਂ ਦੀ ਖੱਲ ਲਾਹਣੀ, ਇਹ ਤੇ ਆਪ ਦਾ ਧੰਦਾ ਹੈ। ਪਰ ਬੈਠਿਆਂ ਬੈਠਿਆਂ ਜਦ ਵੀ ਆਪ ਦੇ ਅੰਦਰੋਂ ਪ੍ਰਭੂ ਪ੍ਰਗਟ ਹੁੰਦਾ ਹੈ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਨੇ ਅਨੇਕਾਂ ਰਾਗਾਂ ਵਿੱਚ ਸ਼ਬਦ ਆਪਣਾ ਮਧੁਰ ਕਲਾਮ ਉਚਾਰਨ ਕੀਤਾ ਹੈ ਔਰ ਸੁਣਾ ਸੁਣਾ ਕੇ ਤਪਦੇ ਹਿਰਦੇ ਸ਼ਾਂਤ ਕੀਤੇ ਨੇ। ਆਪ ਦੇ ਉੱਤੇ ਇੱਕ ਪ੍ਰਸ਼ਨ ਹੋਇਆ ਜਦ ਆਪ ਭਾਰਤ ਦੀ ਯਾਤਰਾ ਤੇ ਸਨ, ਕਹਾਂ ਕੇ ਵਾਸੀ, ਕਿੱਥੋਂ ਦੇ ਵਾਸੀ, ਕਿੱਥੋਂ ਦੇ ਰਹਿਣ ਵਾਲੇ। ਰਵਿਦਾਸ ਦਾ ਇਹ ਜਵਾਬ ਬੜਾ ਆਲਮਾਨਾ ਹੈ, ਫਿਲਸਫਾਨਾ ਹੈ। ਇਹਨੂੰ ਵੇਖ ਕੇ ਅੰਦਾਜ਼ਾ ਲਾਣਾ ਪੈਂਦਾ ਹੈ, ਨਹੀਂ ਇਹ ਤੇ ਰੱਬ ਹੀ ਬੋਲ ਰਿਹਾ ਹੈ, ਅੰਦਰੋਂ ਪ੍ਰਮਾਤਮਾ ਬੋਲ ਰਿਹਾ ਹੈ। ਹਕੀਕਤ ਹੈ, ਇਹ ਬਹੁਤ ਵੱਡੀ ਸਚਾਈ ਹੈ ਕਿ ਪ੍ਰਭੂ ਇਸ ਮਹਾਨ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ ਰਵਿਦਾਸ ਦੇ ਅੰਦਰੋਂ ਪ੍ਰਗਟ ਹੋਇਆ। ਇਹ ਠੀਕ ਹੈ ਕਿ ਆਪ ਜੁੱਤੀਆਂ ਗੰਢਦੇ ਨੇ, ਪਰ ਨਹੀਂ, ਅਗਲੇ ਦਾ ਦਿਲ ਦਿਮਾਗ ਵੀ ਮਧੁਰ ਅਮਰ ਸੰਗੀਤ ਤੇ ਗੀਤ ਦੇ ਰਾਹੀਂ ਰੱਬ ਨਾਲ ਗੰਢ ਦਿੰਦੇ ਨੇ। ਇਸ ਵਾਸਤੇ ਕਹਿਣਾ ਪਏਗਾ ਕਿ तमाम ਭਗਤਾਂ ਦਾ ਧੰਦਾ ਵੀ ਧਰਮ ਹੈ। ਅੱਜ ਹਰ ਚੌਕ ਦੇ ਵਿੱਚ ਮੋਚੀ ਬੈਠੇ ਤੇ ਮਿਲਣਗੇ, ਪਰ ਰਵਿਦਾਸ ਜੈਸਾ ਚਮਾਰ ਖੋਜਣਾ ਬਹੁਤ ਕਠਿਨ ਹੈ। ਹਰ ਸ਼ਹਿਰ ਵਿੱਚ ਗਵਾਲੇ ਔਰ ਜੁਲਾਹੇ, ਮਾਮਾਰ, ਕੁਮਾਰ, ਨਾਈ, ਧੋਬੀ, ਕਸਾਈ, ਛੀਂਬੇ ਬੈਠੇ ਨੇ, ਪਰ ਨਾਮਦੇਵ ਜੈਸਾ ਛੀਂਬਾ ਲੱਭਣਾ ਬਹੁਤ ਔਖੀ ਗੱਲ ਹੈ, ਜੋ ਸਿਰਫ ਅਗਲਿਆਂ ਦੇ ਕੱਪੜੇ ਹੀ ਨਹੀਂ ਰੰਗਦਾ, ਦਿਲ ਦਿਮਾਗ ਨੂੰ ਵੀ ਰੱਬੀ ਰੰਗਣ ਚਾੜ ਦਿੰਦਾ। ਸਿਰਫ ਕੱਪੜੇ ਹੀ ਨਹੀਂ ਕਬੀਰ ਬੁਣਦਾ, ਤਾਣਾ ਪੇਟਾ ਹੀ ਇੱਕ ਨਹੀਂ ਕਰਦਾ, ਉਹ ਜੀਵ ਤੇ ਆਤਮਾ ਨੂੰ ਵੀ ਇੱਕ ਕਰਨ ਦਾ ਉਪਦੇਸ਼ ਤੇ ਸੰਦੇਸ਼ ਦਿੰਦਾ ਰਹਿੰਦਾ। ਇਹਨਾਂ ਭਗਤਾਂ ਦੇ ਦਰਅਸਲ ਧੰਦੇ ਵੀ ਧਰਮ ਨੇ। ਇਹਨਾਂ ਦੀ ਕ੍ਰਿਤ ਦੇ ਚੋਂ ਵੀ ਕੀਰਤੀ ਦੀ ਖੁਸ਼ਬੂ ਆ ਰਹੀ ਹੈ, ਜਦ ਕਿ ਆਮ ਬੰਦਿਆਂ ਦਾ ਧਰਮ ਵੀ ਖਿਮਾ ਕਰਨੀ ਅੰਦਰ ਧੰਦੇ ਦੀ ਬਦਬੂ ਰੱਖਦਾ ਹੈ, ਦੁਰਗੰਧ ਰੱਖਦਾ ਹੈ। ਤੋ ਭਗਤ ਰਵਿਦਾਸ ਦੇ ਅੰਦਰੋਂ ਪ੍ਰਭੂ ਪ੍ਰਗਟ ਹੋਇਆ ਹੈ ਫਿਲਸਫੇ ਦੇ ਰਾਹੀਂ, ਗੀਤ ਦੇ ਰਾਹੀਂ, ਸੰਗੀਤ ਦੇ ਰਾਹੀਂ। ਜਦ ਆਪ ਤੇ ਪ੍ਰਸ਼ਨ ਹੋਇਆ ਕਿੱਥੋਂ ਦੇ ਵਾਸੀ ਹੋ, ਤਾਂ ਆਪ ਕਹਿੰਦੇ ਨੇ ਬੇਗਮਪੁਰਾ ਸ਼ਹਿਰ ਕੋ ਨਾਮ, ਮੇਰੇ ਸ਼ਹਿਰ ਦਾ ਨਾਂ ਹੈ ਬੇਗਮਪੁਰਾ, ਮੈਂ ਉੱਥੋਂ ਦਾ ਵਾਸੀ ਹਾਂ। ਬੇਗਮਪੁਰਾ ਇਹ ਕਿੱਥੇ ਹੈ? ਨਕਸ਼ੇ 'ਚ ਦੇਖਾਂਗੇ ਤੇ ਕਿਧਰੇ ਨਹੀਂ ਮਿਲੇਗਾ। ਕਿਸੇ ਮੁਲਕ ਦੇ ਇੱਕ ਕਸਬੇ ਸ਼ਹਿਰ ਦਾ ਨਾਮ ਨਹੀਂ ਹੈ, ਪ੍ਰਾਂਤ ਦਾ ਨਾਮ ਨਹੀਂ ਹੈ। ਧਰਤੀ ਦੇ ਉੱਤੇ ਤੇ ਜਿੱਥੇ ਵੀ ਚਲੇ ਜਾਈਏ ਗਮ ਮੌਜੂਦ ਹੈ, ਦੁੱਖ ਮੌਜੂਦ ਹੈ। ਐਸਾ ਕੋਈ ਵਿਅਕਤੀ ਨਹੀਂ ਜਿਹੜਾ ਗਮਗੀਨ ਨਾ ਹੋਵੇ, ਐਸਾ ਕੋਈ ਪਰਿਵਾਰ ਨਹੀਂ ਜਿੱਥੇ ਦੁੱਖ ਨਾ ਹੋਵੇ, ਐਸਾ ਕੋਈ ਕਸਬਾ ਤੇ ਸ਼ਹਿਰ ਨਹੀਂ ਜਿੱਥੇ ਵਿਪਤਾਵਾਂ ਤੇ ਕਲੇਸ਼ ਨਾ ਹੋਣ। ਕੋਈ ਐਸਾ ਧਰਤੀ ਤੇ ਮੁਲਕ ਨਹੀਂ ਹੈ ਜਿੱਥੇ ਗਮ ਨਾ ਹੋਵੇ। ਪਰ ਰਵਿਦਾਸ ਕਹਿੰਦੇ ਨੇ ਮੈਂ ਤੇ ਉੱਥੋਂ ਦਾ ਵਾਸੀ ਜਿੱਥੇ ਗਮ ਹੈ ਹੀ ਨਹੀਂ। ਬੇਗਮਪੁਰਾ ਸ਼ਹਿਰ ਕੋ ਨਾਮ, ਦੁੱਖ ਅੰਦੋ ਨਾਹੀ ਤੈ ਠਾਂ। ਜਿਸ ਨਗਰੀ ਦਾ ਮੈਂ ਵਾਸੀ ਹਾਂ ਉੱਥੇ ਦੁੱਖ ਹੈ ਹੀ ਨਹੀਂ, ਉੱਥੇ ਪੀੜਾ ਹੈ ਹੀ ਨਹੀਂ, ਉੱਥੇ ਕਲੇਸ਼ ਹੈ ਹੀ ਨਹੀਂ। ਹੁਣ ਰਵਿਦਾਸ ਦੇ ਦੱਸੇ ਹੋਏ ਇਸ ਬੇਗਮਪੁਰੇ ਨੂੰ ਲੱਭੀਏ ਜ਼ਮੀਨ ਦੇ ਉੱਤੇ ਜਿੱਥੇ ਗਮ ਨਹੀਂ, ਦੁੱਖ ਨਹੀਂ, ਤੋ ਧਰਤੀ ਦੇ ਉੱਤੇ ਤੇ ਐਸਾ ਲੱਭਣਾ ਬਹੁਤ ਔਖਾ ਹੈ। ਜਦ ਕਿ ਹਰ ਬੰਦਾ ਗਮ ਦੀ ਸੇਜਾ ਤੇ ਹੀ ਸੁੱਤਾ ਹੈ, ਹਰ ਬੰਦਾ ਪੀੜਾ ਤੇ ਆਹ ਹੌਕਿਆਂ ਦੇ ਚ ਹੀ ਜ਼ਿੰਦਗੀ ਬਤੀਤ ਕਰਦਾ ਹੈ। जैसे कि उर्दू दे शायर दा कहना है, कबाबे सीख हैं हम करवटें हर सू बदलते हैं, जो जल जाता है ये पहलू तो वो पहलू बदलते हैं। इतनी दुख है, इतनी पीड़ा है, इतना कलेश है। इस दुख भरे वातावरण दे च, इस कलेश भरे संसार दे च रविदास कहंदे ने मेरी नगरी दा नां है बेगमपुरा। उत्थे दुख नहीं है, उत्थे होर भी कुछ नहीं है कि ना तशवीश खिराज ना माल, खौफ ना खता ना तरस जवाल। उत्थे कोई चिंता भी नहीं है। मनुखता दे उत्ते दृष्टि मारी है ते हर बंदा चिंता दे च जी रहा है। गुरु अर्जन देव जी महाराज भी ऐसा ही फरमान करते ने, चिंतत ही दिसै सब कोय। सारा जगत
ਚਿੰਤਾ ਦੇ ਵਿੱਚ ਹੀ ਦਿਖਾਈ ਦੇ ਰਿਹਾ ਹੈ, ਚਿੰਤਾ ਦੇ ਵਿੱਚ ਹੀ ਜੀ ਰਿਹਾ ਹੈ। ਚਾਰੋਂ ਪਾਸੇ ਦੇਖਦੇ ਹਾਂ ਮਨੁੱਖ ਦੀ ਅੱਖਾਂ ਦੇ ਵਿੱਚ ਚਿੰਤਾ, ਮਨੁੱਖ ਦੇ ਬੋਲਾਂ ਦੇ ਵਿੱਚ ਚਿੰਤਾ, ਮਨੁੱਖ ਦੇ ਚਿਹਰੇ ਦੇ ਚਿੰਤਾ, ਉੱਠਦਿਆਂ ਬੈਠਦਿਆਂ ਹੌਕੇ ਮਨੁੱਖ ਦੇ ਦੱਸਦੇ ਨੇ ਕਿ ਚਿੰਤਾ ਦੇ ਵਿੱਚ ਜੀ ਰਿਹਾ ਹੈ। ਤੇ ਚਿੰਤਾ ਭਵਿਸ਼ ਦੀ ਹੀ ਹੁੰਦੀ ਹੈ, ਪਤਾ ਨਹੀਂ ਆਉਣ ਵਾਲਾ ਕੱਲ ਕੈਸਾ ਹੋਵੇਗਾ, ਇਸ ਦੀ ਚਿੰਤਾ। ਪਰ ਰਵਿਦਾਸ ਕਹਿੰਦੇ ਨੇ ਮੇਰੀ ਨਗਰੀ ਦੇ ਵਿੱਚ ਚਿੰਤਾ ਹੈ ਹੀ ਨਹੀਂ, ਜੀਵਨ ਦਾ ਇੱਕ ਢੰਗ ਹੈ। ਇਹ ਨਗਰੀ ਬਾਹਰ ਨਹੀਂ ਹੈ, ਇਹ ਸ਼ਹਿਰ ਕਿਸੇ ਨਕਸ਼ੇ ਵਿੱਚ ਦੇਖਾਂਗੇ ਤੇ ਨਹੀਂ ਮਿਲੇਗਾ, ਦਰਅਸਲ ਇੱਕ ਹਾਲਤ ਹੈ, ਇਹ ਮਨ ਦੀ ਇੱਕ ਅਵਸਥਾ ਹੈ, ਇੱਕ ਜੀਵਨ ਦਾ ਢੰਗ ਹੈ। ਇੱਕ ਆਲਮ ਦਾ ਕਹਿਣਾ ਹੈ ਜੋ ਹੱਸ ਰਹਾ ਹੈ ਸੋ ਹੱਸ ਰਹੇਗਾ, ਜੋ रो रहा है सो रो रहेगा, सकूने कल्ब से खुदा खुदा कर, जो कुछ के होना है सो हो रहेगा। तू अपना सकूने कल्ब नाश ना कर, जो कुछ होना है वो तेरे कीतियां टलना नहीं, रुकना नहीं। हाँ, तू इतना ही कर सकता है कि जो कुछ होना है इनू खिड़े मत्थे तस्लीम कर ले, जो कुछ होना है ਇਹਨੂੰ ਖਿੜੇ ਮੱਥੇ ਪ੍ਰਵਾਨ ਕਰ ਲੈ, ਜੋ ਕੁਝ ਹੋਣਾ ਹੈ ਉਹਨੂੰ ਆਪਣੀ ਝੋਲੀ ਵਿੱਚ ਪਾ ਲੈ। ਤੋ ਰਵਿਦਾਸ ਕਹਿੰਦੇ ਨੇ ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਚਿੰਤਾ ਨਹੀਂ ਹੈ, ਨਾ ਤਸ਼ਵੀਸ਼, ਖਿਰਾਜ ਨਾ ਮਾਲ, ਖਿਰਾਜ ਟੈਕਸ। ਦੁਨੀਆ ਦੇ ਵਿੱਚ ਰਹਿੰਦਿਆਂ ਜੈਸੇ ਜੈਸੇ ਬੰਦੇ ਦੀ ਧਨ ਸੰਪਦਾ ਵੱਧਦੀ ਹੈ, ਮਾਲ ਅਸਬਾਬ ਵੱਧਦਾ ਹੈ, ਤੋ ਟੈਕਸ ਵੀ ਵੱਧਦਾ ਹੈ। ਤਰ੍ਹਾਂ ਤਰ੍ਹਾਂ ਦੇ ਉਹਨੂੰ ਟੈਕਸ ਵੀ ਦੇਣੇ ਪੈਂਦੇ, ਖਿਰਾਜ ਵੀ ਦੇਣਾ ਪੈਂਦਾ। ਲੇਕਿਨ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ ਕਿ ਸੰਪਦਾ ਵੱਧਦੀ ਜਾ ਰਹੀ ਹੈ, ਧਨ ਵੱਧਦਾ ਜਾ ਰਿਹਾ ਹੈ, ਪਰਮ ਆਨੰਦ ਵੱਧਦਾ ਜਾ ਰਿਹਾ ਹੈ, ਪਰ ਮੇਰੇ ਤੇ ਕੋਈ ਟੈਕਸ ਨਹੀਂ, ਮੇਰੇ ਤੇ ਕੋਈ ਖਿਰਾਜ ਨਹੀਂ ਕਿਸੇ ਪ੍ਰਕਾਰ ਦਾ ਵੀ। ਹਾਲਾਂਕਿ ਬੈਰੂਨੀ ਦੁਨੀਆ 'ਚ ਅਸੀਂ ਦੇਖਦੇ ਹਾਂ ਕਿ ਮਨੁੱਖ ਦਾ ਸੁੱਖ ਵਧੇ, ਮਨੁੱਖ ਦਾ ਆਰਾਮ ਵਧੇ, ਮਨੁੱਖ ਦੀ ਦੌਲਤ ਵਧੇ, ਮਨੁੱਖ ਦੀ ਸੰਪਦਾ ਵਧੇ, ਤੇ ਉਹਦੇ ਨਾਲ ਇਹ ਵੀ ਇੱਕ ਚਿੰਤਾ ਵੱਧਦੀ ਹੈ, ਦੁੱਖ ਵੱਧਦਾ ਹੈ ਕਿ ਟੈਕਸ ਵਧੇਗਾ, ਖਰਾਜ ਦੇਣਾ ਪਏਗਾ। ਪਰ ਰਵਿਦਾਸ ਜੀ ਮਹਾਰਾਜ ਕਹਿੰਦੇ ਨਾ ਤਸ਼ਵੀਸ਼, ਖਰਾਜ ਨਾ ਮਾਲ, ਜੋ ਮਾਲ ਮੇਰੇ ਕੋਲ ਹੈ ਉਸ ਤੇ ਮੈਨੂੰ ਖਰਾਜ ਨਹੀਂ ਦੇਣਾ ਪੈਂਦਾ, ਟੈਕਸ ਨਹੀਂ ਦੇਣਾ ਪੈਂਦਾ। ਸਵਾਲ ਇੱਥੇ ਪੈਦਾ ਹੁੰਦਾ ਹੈ ਮਾਲ ਕੀ ਹੈ? ਮਾਲ ਐਸਾ ਹੈ ਦੁਨਿਆਵੀ ਦੌਲਤ ਨਾਲ ਉਸ ਨੂੰ ਖਰੀਦਣਾ ਬਹੁਤ ਹੀ ਕਠਿਨ ਹੈ, ਅਤਿਅੰਤ ਕਠਿਨ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਨਿਸ਼ਚਿੰਤਤਾ ਖਰੀਦਣੀ ਬੜੀ ਔਖੀ ਗੱਲ ਹੈ। ਸੋਨੇ ਦੀਆਂ ਮੋਹਰਾਂ ਦੇ ਕੇ ਦਇਆ, ਸ਼ੀਲ, ਸੰਜਮ ਬਾਜ਼ਾਰ ਦੇ ਚੋਂ ਨਹੀਂ ਮਿਲੇਗਾ। ਸੰਤੋਖ ਤੇ ਸਬਰ ਇਹ ਕਿਸੇ ਦੁਕਾਨ ਤੋਂ ਨਹੀਂ ਮਿਲੇਗਾ, ਕਿਸੇ ਬਾਜ਼ਾਰ ਦੇ ਚ ਨਹੀਂ ਮਿਲੇਗਾ। ਇਹ ਐਸੇ ਗੁਣ ਨੇ, ਐਸਾ ਮਾਲ ਅਸਬਾਬ ਹੈ ਜੋ ਦੁਨੀਆ ਦੇ ਬਾਜ਼ਾਰ ਦੇ ਚ ਨਹੀਂ ਮਿਲੇਗਾ। ਸਵੈਮ ਭਗਤ ਕਬੀਰ ਨੇ ਇਸ ਨੂੰ ਇਸ ਢੰਗ ਨਾਲ ਬਿਆਨ ਕੀਤਾ ਹੈ ਕਿ ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ। ਇਹ ਜਿਹੜਾ ਪਦਾਰਥ, ਇਹ ਜਿਹੜਾ ਮਾਲ ਤੂੰ ਪ੍ਰਾਪਤ ਕੀਤਾ ਹੈ, ਐ ਕਬੀਰ ਇਸ ਪਦਾਰਥ ਦੀ ਗਠੜੀ ਕਿਧਰੇ ਖੋਲੀ ਨਾ, ਇਸ ਮਾਲ ਅਸਬਾਬ ਦੀ ਗਠੜੀ ਕਿਧਰੇ ਖੋਲੀ ਨਾ। ਕਿਉਂ ਕਿ ਐਸਾ ਬੈਰੂਨੀ ਦੁਨੀਆ ਵਿੱਚ ਕੋਈ ਬਾਜ਼ਾਰ ਹੀ ਨਹੀਂ ਹੈ। ਰਾਮ ਪਦਾਰਥ ਪਾਏ ਕੇ ਕਬੀਰਾ ਗਾਂਠ ਨਾ ਖੋਲ, ਨਹੀਂ ਪਟਣ ਨਹੀਂ ਪਾਰਖੋ, ਨਹੀਂ ਗਾਹਕ ਨਹੀਂ ਮੋਲ। ਕੋਈ ਪਟਣ ਨਹੀਂ ਹੈ, ਕੋਈ ਬਾਜ਼ਾਰ ਨਹੀਂ ਹੈ, ਕੋਈ ਐਸਾ ਅਸਥਾਨ ਨਹੀਂ ਹੈ ਜਿੱਥੇ ਬੈਠ ਕੇ ਇਸ ਪਦਾਰਥ ਨੂੰ ਵੇਚਿਆ ਜਾ ਸਕੇ। ਭਗਤ ਕਬੀਰ ਕਹਿੰਦੇ ਨੇ ਜੇ ਮਬਾ ਦਾ ਇਸ ਅਮਰ ਪਦਾਰਥ ਨੂੰ, ਇਸ ਦੇਵੀ ਗੁਣਾ ਦੀ ਗਠੜੀ ਨੂੰ ਮੈਂ ਦੁਨੀਆ ਦੇ ਬਾਜ਼ਾਰ ਵਿੱਚ ਖੋਲ ਵੀ ਲਵਾਂ, ਜੈਸੇ ਕੋਈ ਹੀਰਿਆਂ ਨੂੰ ਵੇਚੇ ਉੱਥੇ ਜਿਹੜਾ ਕੋਲਿਆਂ ਦਾ ਬਾਜ਼ਾਰ ਹੋਵੇ, ਕੋਈ ਸੋਨਾ ਵੇਚਣ ਉੱਥੇ ਚਲਾ ਜਾਏ ਜਿਸ ਬਾਜ਼ਾਰ ਵਿੱਚ ਲੋਹਾ ਵਿਕਦਾ ਹੈ, ਕੋਈ ਹੀਰੇ, ਲਾਲ ਪੰਨੇ, ਜਵਾਹਰਾਤ ਉਸ ਥਾਂ ਤੇ ਵੇਚਣ ਚਲਾ ਜਾਏ ਜਿੱਥੇ ਇੱਟਾਂ ਵਿਕਦੀਆਂ ਨੇ, ਲੱਕੜਾਂ ਵਿਕਦੀਆਂ ਨੇ। ਇਹ ਗੱਲ ਸੁਭਾਏਮਾਨ ਤੇ ਨਹੀਂ, ਲੇਕਿਨ ਕਬੀਰ ਕਹਿੰਦੇ ਨੇ ਮੈਨੂੰ ਐਸਾ ਮਜਬੂਰਨ ਇਹ ਹੀਰਿਆਂ ਦੀ ਪੰਡ ਉੱਥੇ ਖੋਲਣੀ ਪਈ ਹੈ ਜੋ ਬਾਜ਼ਾਰ ਹੀ ਕੋਲਿਆਂ ਦਾ ਹੈ, ਜੋ ਬਾਜ਼ਾਰ ਹੀ ਪੱਥਰਾਂ ਦਾ ਹੈ,
जो बाजार ही लोहे दा है। मजबूरी है कि जिहड़े हीरे मेरे कोल ने इन्हां दा कोई बाजार ही नहीं है। दरअसल दुनिया दे किसे बाजार दे च भी चले जाइए, सबर कित्थों मंगीए, संतोख कित्थों मंगीए, केड़ी दुकान तो मंगीए, सील संजम दया किस दुकान तो मंगीए। ये दैवी गुणां दी दौलत, इस दे कोई बाजार नहीं ने। नहीं पठण नहीं पारखो। आम बाजार विच भगत कबीर कहन जे मैं बैठ भी जावां तो वाकई ये रब दीयां महान गल्लां आम बाजार विच ही कहणियां पैंदियां, आम दुनियादारां दे सामने ही रखणियां पैंदियां ने, जिथे वाकई ऐसा देखण दे चाया है कोई पारखू ही नहीं आउंदा। क्योंकि कोलियां दी मंडी दे ते कोलियां दे पारखू आणगे, पत्थरां दी मार्केट दे च पत्थरां दे जानकार आणगे, ਲੱਕੜ ਮੰਡੀ ਦੇ ਵਿੱਚ ਲੱਕੜਾਂ ਦੇ ਖਰੀਦਾਰ ਆਉਣਗੇ ਤੇ ਲੱਕੜਾਂ ਦੇ ਪਾਰਖੂ ਆਣਗੇ। ਇਹ ਕਿਹੜੀ ਲੱਕੜ ਹੈ, ਚੰਗੀ ਹੈ, ਮਾੜੀ ਹੈ, ਇਮਾਰਤੀ ਹੈ, ਜਲਾਊ ਹੈ। ਲੱਕੜਾਂ ਦੇ ਹੀ ਖਰੀਦਾਰ ਆਉਣਗੇ ਲੱਕੜ ਮੰਡੀ ਦੇ ਵਿੱਚ ਤੇ ਲੋਹਾ ਮੰਡੀ ਦੇ ਵਿੱਚ ਲੋਹੇ ਦੇ ਹੀ ਖਰੀਦਾਰ ਆਉਣਗੇ। ਭਗਤ ਕਬੀਰ ਕਹਿੰਦੇ ਨੇ ਇਹਨਾਂ ਮੰਡੀਆਂ 'ਚ ਮੈਂ ਬੈਠ ਗਿਆ ਹੀਰਿਆਂ ਦਾ ਵਪਾਰ ਕਰਨ ਲਈ। ਹੀਰਿਆਂ ਦੀ ਪੰਡ ਖੋਲ ਕੇ ਮੈਂ ਉੱਥੇ ਬੈਠ ਗਿਆ। ਅਕਸਰ भगत लोगां ने प्रभु दे गीत उन्हां लोकां नूं सुणाए ने जो प्रभु दे गीत ना सुनना चाहते सन ते ना ही उन्हां दी सूझ ते समझ सी। यही कारण है कि भगत जो कहंदे रहे संसार दा उन्हां बोलां नाल तालमेल नहीं बैठदा रहा, संसार विरोधता करदा रहा। तो भगत जी कहंदे ने कोई पारखू ही नहीं है। मैं बैठा, लोकी कोले खरीददे पे ने, इट्टां खरीदते पे ने, पत्थर खरीद रहे ने, लोहा खरीद रहे ने, लकड़ा खरीद रहे ने, ते मैं पोटली खोल के बैठा, मेरी तरफ कोई आउंदा ही नहीं, कोई खरीदार ही नहीं, कोई पारखू नहीं। नहीं पटन नहीं पारखू नहीं गाहक, फिर कोई खरीदार ही नहीं, गाहक ही नहीं है। जो चीज मेरे कोल है इसका कोई खरीदार ही नहीं है। देखण दे चाया है एक राजनीतिक दे पिछे जितनी भीड़ चल पैंदी है, एक धनवान दे आले जितनी दुनिया मंडलाउंदी है, अध्यात्म दर्शी दी जीवदियां जी करीबन करीबन संसार ने विरोधता ही कीती है। उहदे बोलां नाल, उहदी जिंदगी नाल जगत सहमत नहीं होया। तो श्री कबीर कहंदे ने कोई ग्राहक ही नहीं है। ते जे मबा दा इस बहुती भीड़ दे विच जो कोलियां दे ग्राहक ने, लोहे दे ग्राहक ने, किधरे एक कद इस हीरे दा ग्राहक आ भी जाए, पारखू आ भी जाए, तो नहीं मोल ओ मुल देण नूं तैयार नहीं, ओ मुल नहीं उतारदा। समझते है ये हीरा है, परखते है उसनूं, और वो खरीदार भी है लेकिन मुल नहीं देना चाहता। इत्थे सवाल पैदा हुंदा है मुल की है। कंचन स्यों पाइए नहीं तोल, मन दे राम लिया है मोल। मन ही उसदा मुल है। अपना मन भेंट करिए ते राम नाम दा हीरा प्राप्त करिए, पर यह मुल देण नूं कोई तैयार ही नहीं। इस वास्ते खरीदार होंदे होया भी, पारखू होंदे होया भी, सूझ समझ रखदे होया भी कई मनुख इस महान हीरियां तो वांझे रह जाते ने, क्योंकि मुल नहीं उतारते, मुल जो है नहीं देना चाहते। तो आम इन्हां ब्रह्म ज्ञानियां नूं, भगत लोगां नूं ये अपने बोल ऐन संसारी मनुखां दे सामने रखने पे। श्री रविदास जी महाराज कहंदे ना तशवीश खिराज ना माल, माल मेरा वधदा जा रहा है, धन पदार्थ मेरा वधदा जा रहा है, पर इसते मैनू कोई खराज नहीं देना पैंदा, इसते मैनू कोई टैक्स नहीं देना पैंदा। खौफ ना खता ना तरस जवाल। फिर जिस शहर विच मैं रहना उत्थे किसी प्रकार का कोई खौफ नहीं, डर नहीं। अज ते असीं देखदे हां कि जंगलां दे विच खौफ खत्म होंदा जा रहा है, शहरां दे विच खौफ वधदा जा रहा है। जंगलां दे विच जंगली जानवर घटदे जा रहे हैं, शहरां दे विच जंगली जानवर वधदे जा रहे हैं। चार पैरां वाले चौपाए जानवर जंगलां दे विच घटदे जा रहे हैं, दो पैरां वाले जानवर वधदे जा रहे हैं। ते अजोके युग दे विच चार पैरां वाले जानवरां दा इतना खतरा नहीं रहा, दो पैरां वाले जानवर दा खतरा वध गया। प्राचीन समय दे विच चौपायां दा खतरा सी, और उन्हां तों
ਬਚਾਓ ਦੇ ਹੀ ਸਾਰੇ ਉਪਰਾਲੇ ਕਰਨੇ ਪੈਂਦੇ ਸਨ, ਸਾਧਨ ਜੁਟਾਣੇ ਪੈਂਦੇ ਸਨ। ਸਾਰੀ ਸਾਰੀ ਰਾਤ ਅੱਗ ਬਾਲ ਕੇ ਰੱਖਣੀ ਪੈਂਦੀ ਸੀ, ਕੋਈ ਸ਼ੇਰ ਨਾ ਆ ਜਾਏ, ਕੋਈ ਚੀਤਾ ਹਮਲਾ ਆਵਰ ਨਾ ਹੋ ਜਾਏ, ਜਾਂ ਫਿਰ ਸੱਪਾਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ, ਹਾਥੀਆਂ ਤੋਂ ਬਚਣ ਦੇ ਉਪਰਾਲੇ ਕਰਨੇ ਪੈਂਦੇ ਸਨ। ਅੱਜ ਤੇ ਸਾਰੇ ਉਪਰਾਲੇ ਵਸੀਲੇ ਨੇ ਇਸ ਦੋ ਪੈਰਾਂ ਵਾਲੇ ਜਾਨਵਰ ਤੋਂ ਕਿਸ ਢੰਗ ਨਾਲ ਆਪਣੇ ਆਪ ਨੂੰ ਬਚਾਈਏ ਤੇ ਆਪਣੇ ਆਪ ਨੂੰ ਸੁਰੱਖਿਅਤ ਕਰੀਏ। ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉਸ ਸ਼ਹਿਰ ਵਿੱਚ ਖੌਫ ਨਹੀਂ ਹੈ, ਡਰ ਨਹੀਂ ਹੈ, ਨਾ ਕੋਈ ਡਰਾਂਦਾ ਹੈ, ਨਾ ਕੋਈ ਡਰਦਾ ਹੈ। ਦਰਅਸਲ ਇਹੀ ਬ੍ਰਹਮ ਗਿਆਨੀ ਦੇ ਲੱਛਣ ਨੇ। ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਫਰਮਾਨ ਕਰਦੇ ਨੇ, ਭੈ ਕਾਹੂ ਕੋ ਦੇਤ ਨੈ ਭੈ ਮਾਨਤ ਆਨ, ਕਹੋ ਨਾਨਕ ਸੁਨ ਰੇ ਮਨਾ, ਗਿਆਨੀ ਤਾਹੇ ਬਖਾਨ। ਡਰਾਣਾ ਦੁਸ਼ਟਪਣਾ ਹੈ, ਡਰਨਾ ਕਾਇਰਤਾ ਹੈ, ਬੁਜ਼ਦਿਲੀ ਹੈ। ਬੁਜ਼ਦਿਲ ਵੀ ਪ੍ਰਮਾਤਮਾ ਤੋਂ ਦੂਰ ਹੈ, ਪਰ ਜ਼ਾਲਮ ਵੀ ਪ੍ਰਮਾਤਮਾ ਤੋਂ ਦੂਰ ਹੈ। ਬਹੁਤ ਵੱਡਾ ਭਿਆਨਕ ਮਾਨਸਿਕ ਰੋਗ ਹੈ ਡਰਨਾ ਤੇ ਡਰਾਣਾ। ਇਸ ਤੋਂ ਭਗਤ ਉੱਚਾ ਜੀਵਦਾ ਹੈ। ਤੋ ਭਗਤ ਰਵਿਦਾਸ ਜੀ ਮਹਾਰਾਜ ਕਹਿੰਦੇ ਨੇ, ਜਿਸ ਸ਼ਹਿਰ ਦਾ ਮੈਂ ਵਾਸੀ, ਉੱਥੇ ਖੌਫ ਨਹੀਂ ਹੈ, ਖਤਾ ਉੱਥੇ ਧੋਖੇ ਵੀ ਨਹੀਂ, ਉੱਥੇ ਛਲ ਨਹੀਂ ਹੈ, ਉੱਥੇ ਕਪਟ ਨਹੀਂ ਹੈ। ਜਿਸ ਦੁਨੀਆ ਦਾ ਮੈਂ ਵਾਸੀ ਹਾਂ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ, ਉੱਥੇ ਧੋਖਾ ਨਹੀਂ ਹੈ। ਧੋਖਾ ਦੇਣਾ, ਧੋਖਾ ਖਾਣਾ, ਇਹਨਾਂ ਦੋਹਾਂ ਤੋਂ ਉੱਚੀ ਜ਼ਿੰਦਗੀ ਹੈ, ਇਹਨਾਂ ਦੋਹਾਂ ਤੋਂ ਉੱਚਾ ਜੀਵਨ ਹੈ। ਤੇ ਜ਼ਵਾਲ ਕਹਿੰਦੇ ਨੇ ਢਹਿੰਦੀ ਕਲਾ ਨੂੰ, ਪਸਤੀ ਨੂੰ। ਉਨ ਤੇ ਆਲਮਾਂ ਦਾ ਕਹਿਣਾ ਹੈ, ਹਰ ਕਮਾਲੇ ਰਾਹ ਜ਼ਵਾਲ। ਕੋਈ ਐਸਾ ਕਮਾਲ ਨਹੀਂ ਜੋ ਜ਼ਵਾਲ ਦੀ ਤਰਫ ਨਹੀਂ ਜਾਂਦਾ, ਕੋਈ ਐਸਾ ਚੜਨਾ ਨਹੀਂ ਜੋ ਢਹਿੰਦੀ ਕਲਾ ਦੀ ਤਰਫ ਨਹੀਂ ਜਾਂਦਾ। ਊਚੰਗ ਤਾਂ ਨੀਚੰਗ, ਨਾਨਾ ਸੋ ਮੂਚੰਗ। ਸਾਹਿਬ ਸ੍ਰੀ ਗੁਰੂ ਅਰਜਨ ਦੇਵ ਜੀ ਮਹਾਰਾਜ ਦਾ ਕਹਿਣਾ, ਊਚਾ ਚੜੇ ਸੋ ਜਾਏ ਭਿਆਲਾ। ਜੋ ਉੱਪਰ ਜਾ ਰਿਹਾ ਹੈ ਆਖਿਰ ਥੱਲੇ ਆਏਗਾ, ਜੋ ਉੱਚਾ ਉੱਠ ਰਿਹਾ ਹੈ ਆਖਿਰ ਥੱਲੇ ਆਏਗਾ। ਬੱਚਾ ਵਧ ਰਿਹਾ ਹੈ, ਵਧ ਰਿਹਾ ਹੈ, ਤਾਕਤ ਵਧ ਰਹੀ ਹੈ, ਸੁੰਦਰਤਾ ਵਧ ਰਹੀ ਹੈ, ਸ਼ਕਤੀ ਵਧ ਰਹੀ ਹੈ। ਅੱਜ ਬੁੱਢਾ ਹੋ ਗਿਆ, ਹੁਣ ਘਟਣਾ ਘਟ ਜਾਏਗਾ। ਹੁਣ ਢਹਿੰਦੀ ਕਲਾ, ਹੁਣ ਜ਼ਵਾਲ, ਸਰੀਰ ਜ਼ਵਾਲ ਦੀ ਤਰਫ ਜਾਂਦੇ ਨੇ, ਪਹਾੜ ਜ਼ਵਾਲ ਦੀ ਤਰਫ ਜਾਂਦੇ ਨੇ, ਸੂਰਜ ਚੰਦ ਤਾਰੇ ਜ਼ਵਾਲ ਦੀ ਤਰਫ ਜਾਂਦੇ ਨੇ। ਸਵੈਮ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਨ ਕਰਦੇ ਨੇ, ਘਟੰਤ ਦੀਪੰ ਘਟੰਤ ਰੂਪੰ ਘਟੰਤ ਰਵਸਸ ਨਿਖਤਰ ਗਗਨੰ ਘਟੰਤ ਗਿਰਤਰਸ ਖੰਡਨ ਘਟੰਤ ਲਲਨਾ ਭਰਾਤ ਮੋਹਿਤੰ। ਆਖਿਰ ਇਸਤਰੀ ਦਾ ਮੋਹ, ਰਾਵਾਂ ਦਾ ਮੋਹ ਵੀ ਇੱਕ ਸਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਪੁੱਤਰਾਂ ਦਾ ਮੋਹ ਵੀ ਇੱਕ ਸਿਖਰ ਤੇ ਪਹੁੰਚ ਕੇ ਘਟਣਾ ਸ਼ੁਰੂ ਹੋ ਜਾਂਦਾ ਹੈ। ਇਸ ਤਰੀਕੇ ਨਾਲ ਸੂਰਜ ਵੀ ਘਟਦਾ ਹੈ, ਚੰਦਰਮਾ ਵੀ ਘਟਦਾ ਹੈ, ਪਹਾੜ ਵੀ ਘਟਦੇ ਨੇ, ਜ਼ਮੀਨ ਵੀ ਘਟਦੇ ਨੇ। ਤੇ ਜੋ ਘਟਦਾ ਹੈ ਆਖਿਰ ਮਿਟਦਾ ਹੈ, ਜੋ ਵੱਧਦਾ ਹੈ ਉਹ ਘਟਦਾ ਹੈ, ਜੋ ਘਟਦਾ ਹੈ ਉਹ ਮਿਟਦਾ ਹੈ। ਇਹ ਨਿਯਮ ਸਭ ਤੇ ਲਾਗੂ ਹੈ, ਇੱਕ ਤੇ ਨਹੀਂ ਲਾਗੂ। ਉਹ ਪ੍ਰਮਾਤਮਾ ਜਾਂ ਜੋ ਪ੍ਰਮਾਤਮਾ ਨਾਲ ਜੁੜ ਗਏ। ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਦਾ ਫਰਮਾਨ, ਨਾ ਘਾਟ ਹੈ ਨਾ ਬਾਦ ਹੈ, ਨਾ ਘਾਟ ਬਾਦ ਹੋਤ ਹੈ। ਈਸ਼ਵਰ ਦੇ ਚ, ਅਕਾਲ ਪੁਰਖ ਦੇ ਚ ਨਾ ਘਟਣਾ ਹੈ ਨਾ ਵਧਣਾ ਹੈ। ਬਾਕੀ ਹਰ ਚੀਜ਼ ਵਾਧੇ ਦੀ ਤਰਫ ਜਾਂਦੀ ਹੈ ਤੇ ਵਾਧੇ ਤੋਂ ਬਾਅਦ ਫਿਰ ਘਾਟੇ ਦੀ ਤਰਫ ਜਾਂਦੀ ਹੈ ਤੇ ਘਾਟੇ ਤੋਂ ਬਾਅਦ ਫਿਰ ਮਿਟ ਜਾਂਦੀ ਹੈ। ਪਰ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿੰਦੇ, ਜਿਸ ਸ਼ਹਿਰ ਦਾ ਮੈਂ ਵਾਸੀ ਹਾਂ, ਉੱਥੇ ਜ਼ਵਾਲ ਹੈ ਹੀ ਨਹੀਂ, ਉੱਥੇ ਘਟਣਾ ਹੈ ਹੀ ਨਹੀਂ। ਤੇ ਜਦ ਘਟਣਾ ਹੀ ਨਹੀਂ तो फिर मिटना भी नहीं है। अमिट दुनिया की प्राप्ति हो जाती है, अमिट संसार, अमिट आनंद, अमिट सुख, जो नेस तो नाबूद हो ही नहीं सकता। ना तस्वीस खराज ना माल, खौफ ना खता ना तरस जवाल। अब मैं खूब वतन गह पाई, उआ खैर सदा मेरे भाई। उस शहर दे सदीवी खैर बने हुए, सदा ही खैर, सदा ही चढ़दियां कला, कदी माड़ी खबर नहीं आउंदी। जमीन दे उत्ते कोई ऐसा मुल्क नहीं जिथे रोज कोई ना कोई माड़ी खबर ना आवे, कोई ऐसा शहर नहीं, कोई ऐसा प्रांत नहीं जिथे माड़ियां खबरां अखबारां दे च पढ़न नूं ना मिलन। पर श्री रविदास जी महाराज कहंदे, जिस शहर दा मैं वासी हां उत्थे सदीवी खैर है, कदी कोई माड़ी खबर उस शहर दी है ही नहीं। ना तस्वीस खिराज ना माल, खौफ ना खता ना तरस जवाल।
अब मैं खूब वतन गह पाई, उवा खैर सदा मेरे पाई। हे मेरे भरा, उत्थे सਦੀवी खैर, उत्थे सਦੀवी आनंद है। मैं उस शहर दा वासी, मैं उस नगरी दा वासी, और उस नगरी दे वासी ही सारे लोग तुसी बनो। हकीकत है बैरूनी दुनिया विच जिस मुल्क दे सुख ज्यादा होवे, ਉਹ मुल्क बाकी लोगां लई अपने मुल्क दे दरवाजे बंद कर देंदे ने। दुखी लई, कमजोर लई, गरीबां लई अपने मुल्क दे द्वार बंद कर देंदे ने। ऐसा ਅਸੀਂ धरती ते देखते हैं। एक प्रांत दे विच बहुत कुछ होवे ते बहुत कुछ प्राकृतिक संपदा होवे, ਉਹ प्रांत भी दूसरे प्रांत लई द्वार बंद करता है। एक व्यक्ति कोल बहुत कुछ हो जाए तो बहुत कुछ दे होंदियां ਉਹ दूसरे व्यक्तियां लई दरवाजे बंद कर देंदा है। पर रविदास कहंदे जिस शहर दा मैं वासी हां बेगमपुरे दा, इस शहर दे बूहे हर एक लई खुले ने। कोई भी आवे ते आनंद लवे, सुख चैन लवे, मैं सब नूं आवाज मारिया, सब नूं ढडोरा पिट के बुला रिहा। भारत विच एक भगती काल दा दौर ਰਿਹਾ ਹੈ, जिस विच समस्त भारत ਦੇ ਥਾਂ ਥਾਂ ਤੇ ਉੱਗੇ ਭਗਤ ਬ੍ਰਹਮ ਗਿਆਨੀ ਪੈਦਾ ਹੋਏ। ਉਹਨੂੰ ਆਮ ਦਾਰਸ਼ਨਿਕ ਭਗਤੀ ਕਾਲ ਕਹਿੰਦੇ ਨੇ। ਬੰਗਾਲ ਦੇ ਵਿੱਚ ਜੈਦੇਵ ਹੋਏ, ਮਹਾਰਾਸ਼ਟਰ ਦੇ ਵਿੱਚ ਸ਼੍ਰੀ ਨਾਮਦੇਵ, ਉੱਤਰੀ ਭਾਰਤ ਦੇ ਵਿੱਚ ਕਬੀਰ, ਰਾਮਾਨੰਦ, ਪਰਮਾਨੰਦ, ਰਵਿਦਾਸ ਜੈਸੇ ਉੱਗੀਆਂ ਹਸਤੀਆਂ ਨੇ ਭਗਤੀ ਭਾਵ ਦੇ ਗੀਤ ਗਾ ਕੇ ਹਿਰਦਿਆਂ ਨੂੰ ਅੰਦੋਲਿਤ ਕੀਤਾ। ਉੱਥੇ ਪੰਜਾਬ ਦੇ ਵਿੱਚ ਬਾਬਾ ਫਰੀਦ ਦੇ ਅਮਰ ਕਲਾਮ ਨੇ ਅਮਰ ਜ਼ਿੰਦਗੀ ਦੀ ਪ੍ਰੇਰਨਾ ਦਿੱਤੀ। ਭਗਤ ਸਿਰਮੌਰ ਸ਼੍ਰੀ ਰਵਿਦਾਸ ਜੀ ਮਹਾਰਾਜ ਚਮਾਰ ਘਰਾਣੇ ਨਾਲ ਤਾਲੁਕ ਰੱਖਦੇ ਨੇ, ਔਰ ਉਸ ਜ਼ਮਾਨੇ 'ਚ ਜਦ ਆਪ ਨੇ ਭਗਤੀ ਭਾਵਨਾ ਦੇ ਗੀਤ ਆਰੰਭ ਕੀਤੇ, ਸ਼ੂਦਰਾਂ ਲਈ ਖਾਸ ਕਰਕੇ ਚਮਾਰਾਂ ਲਈ ਧਾਰਮਿਕ ਮੰਦਰਾਂ ਦੇ ਦਰਵਾਜ਼ੇ ਬੰਦ ਸਨ। ਪੂਰਬਲੇ ਸੰਸਕਾਰਾਂ ਦੇ ਕਾਰਨ ਰਵਿਦਾਸ ਜਨਮ ਤੋਂ ਹੀ ਭਗਤੀ ਭਾਵ ਤੇ ਹਲੀਮ ਤਬੀਅਤ ਦੇ ਮਾਲਕ ਸਨ। ਆਪ ਦੀ ਮਾਤਾ ਦਾ ਨਾਂ ਇਤਿਹਾਸਕਾਰਾਂ ਨੇ ਧੁਰਬਿਨੀਆ ਲਿਖਿਆ ਹੈ, ਔਰ ਪਿਤਾ ਦਾ ਨਾਂ ਰਾਮ। ਜਨਮ ਤੋਂ ਹੀ ਸੀਲ ਸੁਭਾਅ, ਹਸਮੁਖ, ਹਲੇਮ ਤਬੀਅਤ ਆਪ ਦੇ ਬਚਪਨੇ ਦੇ ਨਿਖਾਰ ਤੇ ਗੁਣ ਸਨ। ਸਹਿਜੇ ਸਹਿਜੇ ਉਮਰ ਦੇ ਵਧਣ ਦੇ ਨਾਲ ਨਾਲ ਆਪ ਦਾ ਭਗਤੀ ਭਾਵ ਵੀ ਵੱਧਦਾ ਗਿਆ, ਆਪ ਦਾ ਈਸ਼ਵਰੀ ਗਿਆਨ ਵੀ ਵੱਧਦਾ ਗਿਆ, ਔਰ ਆਪ ਦੀ ਈਸ਼ਵਰੀ ਲਗਨ ਨੇ ਵੀ ਵਾਧਾ ਕੀਤਾ। ਪੇਸ਼ੇ ਕਰਕੇ ਚੌਂਕੇ ਪਿਤਾ ਚਮਾਰ ਸਨ, ਔਰ ਚਮੜੇ ਦਾ ਕੰਮ ਕਰਦੇ ਸਨ, ਨਵੀਆਂ ਜੁੱਤੀਆਂ ਬਣਾਉਂਦੇ ਸਨ, ਔਰ ਮੋਏ ਹੋਏ ਢੋਰਾਂ ਦਾ ਚਮੜਾ ਲਾ ਕੇ ਖਲੜੀ ਪਕਾ ਕੇ ਉਹ ਬਕਾਇਦਾ ਚਮੜੇ ਦਾ ਵਪਾਰ ਵੀ ਕਰਦੇ ਸਨ। ਸ਼੍ਰੀ ਰਵਿਦਾਸ ਨੇ ਵੀ ਪੇਸ਼ਾ ਪਿਤਾ ਤੋਂ ਹੀ ਅਪਣਾਇਆ। ਲਿਹਾਜ਼ਾ ਆਪ ਨੇ ਬਨਾਰਸ ਦੀ ਚੌਕ ਵਿੱਚ ਬੈਠ ਕੇ ਜੁੱਤੀਆਂ ਗੰਢਣਾ ਇਹ ਪੇਸ਼ਾ ਅਖਤਿਆਰ ਕੀਤਾ। ਲੇਕਿਨ ਕਮਾਲ ਦੀ ਗੱਲ ਇਹ ਹੈ ਕਿ ਆਪ ਦਾ ਇਹ ਧੰਦਾ ਵੀ ਧਰਮ ਹੀ ਸੀ। ਜਿਤਨੀ ਦੇਰ ਦੇ ਵਿੱਚ ਆਪ ਲੋੜਵੰਦ ਦੀ ਜੁੱਤੀ ਗੰਢਦੇ ਸਨ, ਉਤਨੀ ਦੇਰ ਵਿੱਚ ਪ੍ਰਭੂ ਗੀਤ ਸੁਣਾ ਕੇ, ਪ੍ਰਭੂ ਚਰਚਾ ਸੁਣਾ ਕੇ ਅਗਲੇ ਦਾ ਦਿਲ ਦਿਮਾਗ ਵੀ ਪ੍ਰਭੂ ਨਾਲ ਗੰਢ ਦਿੰਦੇ ਸਨ। ਜੁੱਤੀ ਗੰਢਣਾ ਤੇ ਦਿਲ ਦਿਮਾਗ ਨੂੰ ਪ੍ਰਭੂ ਨਾਲ ਗੰਢਣਾ ਇਹ ਇੱਕੋ ਹੀ ਸਮੇਂ ਚੱਲਦਾ ਸੀ। ਧੰਦੇ ਦੇ ਉੱਤੇ ਧਰਮ ਦੀ ਮੋਹਰ ਸੀ, ਜਿਸ ਕਰਕੇ ਧੰਦਾ ਪਵਿੱਤਰ ਹੋ ਗਿਆ ਸੀ, ਪਾਵਨ ਹੋ ਗਿਆ ਸੀ। ਆਪ ਨੇ ਆਪਣੀ ਬਾਣੀ ਵਿੱਚ ਆਪਣੇ ਪੇਸ਼ੇ ਨੂੰ ਤੇ ਆਪਣੀ ਜ਼ਾਤ ਨੂੰ ਛੁਪਾਇਆ ਨਹੀਂ ਹੈ। ਆਪ ਸਾਫ਼ ਕਹਿੰਦੇ ਨੇ, ਮੇਰੀ ਜਾਤ ਕਮੀਨੀ, पात कमीनी, ओछा जन्म हमारा, तुम सरनागत राजा रामचंद कहे रविदास चमारा। ਇਹ ਗੱਲ ਵੱਖਰੀ ਹੈ ਕਿ ਹਰ ਜ਼ਾਤ ਹਰ ਵਰਨ ਵਿੱਚ ਭਗਤ ਬ੍ਰਹਮ ਗਿਆਨੀ ਪੈਦਾ ਹੋਏ, ਲੇਕਿਨ ਇਸ ਦੇਸ਼ ਦੀ ਵਿਪਰੀਤੀ ਅਨੁਸਾਰ ਬਣਾਇਆ ਹੋਇਆ ਵਰਨ ਵੰਡ, ਉਹਦੀਆਂ ਜੜਾਂ ਇਤਨੀਆਂ ਮਜ਼ਬੂਤ ਸਨ ਕਿ ਅਗਰ ਕੋਈ ਚਮਾਰ ਘਰਾਣੇ ਵਿੱਚ ਬ੍ਰਹਮ ਗਿਆਨੀ ਪੈਦਾ ਹੋ ਜਾਏ तो चमार ही अक्सर उसके आले दुआले बैठते सन, बाकी दूर ही रहते सन, और ये अज तक भी देखने को मिलता है। तमाम जुलाहे कबीर दे कोल जा बैठे, और इसे तरीके नाल छिंबियां ने नामदेव नूं
ਆਪਣਾ ਧਾਰਮਿਕ ਮੁਖੀ ਮੰਨ ਲਿਆ। ਇਹ ਵੀ ਇੱਕ ਤਰੀਕੇ ਨਾਲ ਉਹ ਜੋ ਬਣੀ ਹੋਈ ਵਰਨ ਵੰਡ ਦੀ ਪਰੰਪਰਾ ਸੀ ਉਹਦੀ ਹੀ ਸੂਖਸ਼ਮ ਰੂਪ ਵਿੱਚ ਮਨੌਤ ਹੈ। ਦਰਅਸਲ ਮਨੁੱਖ ਜ਼ਿਆਦਾ ਧਨ ਤੋਂ ਪ੍ਰਭਾਵਿਤ ਹੁੰਦਾ ਹੈ। ਧਨਵਾਨ ਘਰਾਣੇ 'ਚ ਅਗਰ ਕੋਈ ਬ੍ਰਹਮ ਗਿਆਨੀ ਪੈਦਾ ਹੋਇਆ ਤਾਂ ਫਿਰ ਉਹ ਅਵਤਾਰ ਕਹਿਲਾਇਆ ਹੈ, ਤੇ ਗਰੀਬ ਦੇ ਘਰ ਵਿੱਚ ਅਗਰ ਕੋਈ ਬ੍ਰਹਮ ਗਿਆਨੀ ਪੈਦਾ ਹੋਇਆ ਤੇ ਉਹਨੂੰ ਭਗਤ ਤੇ ਮੰਨਿਆ, ਪਰ ਬਹੁਤ ਲੰਬੀ ਚੌੜੀ ਇਕੱਠ ਭੀੜ ਉਸ ਦੇ ਆਲੇ ਦੁਆਲੇ ਇਕੱਠੀ ਨਹੀਂ ਹੋ ਸਕੀ। ਮਹਾਤਮਾ ਬੁੱਧ ਦੇ ਨਾਲੋਂ ਰਵਿਦਾਸ ਦਾ ਗਿਆਨ ਘੱਟ ਨਹੀਂ ਹੈ। ਸ਼੍ਰੀ ਰਾਮ ਦੇ ਨਾਲੋਂ ਰਵਿਦਾਸ ਦੀ ਸੋਚਣੀ ਤੇ ਮਰਿਆਦਾ ਘੱਟ ਨਹੀਂ ਹੈ। ਕ੍ਰਿਸ਼ਨ ਦੇ ਗੀਤਾਂ ਨਾਲੋਂ ਰਵਿਦਾਸ ਦੇ ਗੀਤ ਕੋਈ ਕਮਜ਼ੋਰ ਨਹੀਂ ਨੇ, ਪਰ ਉਹ ਰਾਜ ਘਰਾਣਿਆਂ ਨਾਲ ਤਾਲੁਕ ਰੱਖਦੇ ਨੇ, ਰਾਜਪੁੱਤਰ ਨੇ। ਇਸ ਵਾਸਤੇ ਉਹ ਅਵਤਾਰ ਕਲਾਏ। ਇਹ ਚਮਾਰ ਘਰਾਣੇ 'ਚ ਪੈਦਾ ਹੋਇਆ, ਚਮਾਰਾਂ ਦਾ ਪੁੱਤਰ ਹੈ। ਭਗਤ ਮੰਨਿਆ ਵੀ ਤਾਂ ਵੀ ਬਹੁਤ ਟੇੜੇ ਵਿੰਗੇ ਢੰਗ ਨਾਲ। ਆਮ ਭਗਤਾਂ ਦੀ ਤਰ੍ਹਾਂ ਆਪ ਦਾ ਜੀਵਨ ਵੀ ਅਨੇਕਾਂ ਤਰ੍ਹਾਂ ਦੇ ਸੰਘਰਸ਼ ਤੋਂ ਲੰਘਿਆ। ਸਮਾਜਿਕ ਸਤਲ ਦਾ ਸੰਘਰਸ਼ ਖੜਾ ਹੋ ਗਿਆ ਔਰ ਧਾਰਮਿਕ ਵਿਰੋਧਤਾ ਵੀ ਕਰਨ ਵਾਸਤੇ ਤਰ੍ਹਾਂ ਤਰ੍ਹਾਂ ਦੇ ਪ੍ਰੋਹਤ ਆੜੇ ਆਏ। ਔਰ ਆਮ ਸ੍ਰੇਸ਼ਟ ਪੁਰਸ਼ਾਂ ਦੀ ਤਰ੍ਹਾਂ ਇਹਨਾਂ ਦੇ ਉੱਤੇ ਵੀ ਝੂਠੇ ਦੂਸ਼ਣ ਲੱਗਦੇ ਰਹੇ। ਇੱਕ ਆਮ ਗਾਥਾ ਹੈ ਕਿ ਆਪ ਦੇ ਗੀਤਾਂ ਤੋਂ, ਆਪ ਦੀਆਂ ਵਿਚਾਰਾਂ ਤੋਂ ਪ੍ਰਭਾਵਿਤ ਹੋਈ ਝਾਲਾਵਾੜ ਦੀ ਮਹਾਰਾਣੀ। ਉਸਨੇ ਝਾਲਾਵਾੜ ਆਪ ਨੂੰ ਬੁਲਾਇਆ। ਰਵਿਦਾਸ ਜੀ ਉਸ ਦੀ ਭਗਤੀ ਭਾਵਨਾ ਵੇਖ ਕੇ, ਉਹਦੀ ਸ਼ਰਧਾ ਵੇਖ ਕੇ ਪਹੁੰਚੇ। ਰਵਿਦਾਸ ਦੀ ਆਮਦ ਦੇ ਵਿੱਚ ਝਾਲਾਵਾੜ ਦੀ ਮਹਾਰਾਣੀ ਨੇ ਬ੍ਰਹਮ ਭੋਜ ਕੀਤਾ। तमाम ਬ੍ਰਾਹਮਣਾਂ ਨੂੰ ਨੌਤਾ ਦਿੱਤਾ। तमाम ਬ੍ਰਾਹਮਣ ਪੁੱਜੇ। ਲੇਕਿਨ ਜਦ ਬ੍ਰਾਹਮਣਾਂ ਨੂੰ ਪਤਾ ਚੱਲਿਆ ਕਿ ਜਿਸ ਨੂੰ ਬੁਲਾਇਆ ਗਿਆ ਤੇ ਜਿਸ ਦੇ ਗੀਤ ਤੇ ਵਿਚਾਰਾਂ ਤੋਂ ਪ੍ਰੇਰਿਤ ਹੋ ਕੇ ਇਹ ਸਾਰਾ ਸਮਾਰੋਹ ਰਚਿਆ ਗਿਆ, ਉਹ ਤੇ ਇੱਕ ਚਮਾਰ ਹੈ, ਉਹ ਤੇ ਸ਼ੂਦਰ ਹੈ, तो विरोधता ते खड़े हो गए और कहने लगे, जितने तक इस चमार चों, इस चमार नूं महल चों कढ़िया नहीं जांदा, असी भोजन नहीं छकांगे, असी दक्षिणा नहीं लवांगे। महाराणी दुबदा च पै गई। जे भगत नूं रखदी है ते ब्राह्मण रुस के जांदे ने, ते जे ब्राह्मणां नूं रखदी है तां फिर भगत दा सत्कार नहीं रहिंदा, भगत दा सन्मान नहीं रहिंदा। इस तरह दी दुबदा विच पई होई महाराणी नूं वेख के रविदास ने कह दिता, अच्छा मैं इस ब्रह्म भोज दी पंक्ति दे च नहीं बैठता। आप एक पासे हो गए। लेकिन जद ब्राह्मण भोजन छकण लगे पंगत दे च बैठ के, ते की देखदे ने एक एक ब्राह्मण दे नाल रविदास बैठा है। एक कला वेख के सारे ब्राह्मण रविदास दे पैरी आके पे। इत्थे ही रविदास नूं कहना पिया, ऐसी लाल तुझ बिन कौन करे, गरीब निवाज गुसैया मेरो माथे छतर धरे। हे प्रभु, मैं ते एक नीच सी, अछूत सी, जां की छोत जगत को लागे तां पर तू ही धरे। जिस दी छोत लोकी मनदे सन, जिन्हों अछूत करके लोकी ठुकरांदे सन, ओदे सुर दे उत्ते तू माण सन्मान दा छतर रख दिता। इस तरह दी माण वडियाई परिपूर्ण परमात्मा ने रविदास नूं बख्शिश कीती। और हकीकत है कि भगतां नूं हमेशा ही प्रभु सन्मान देंदा रहा, वडियाई देंदा रहा। एक दफा बनारस दे विच आप दी ब्राह्मणां नाल चर्चा हुई, चर्चा दी मुठभेड़। विप्र ब्राह्मणा ने, प्रोहता ने साफ कह दिता कि चमार दा कोई हक नहीं किसी नूं धार्मिक उपदेश देना, चमार दा कोई हक नहीं पूजा पाठ करना। उस वक्त रविदास कहंदे ने कि मैं हुण पावन हां, पवित्र हां, भावें मेरा पेशा चमड़े दी जुतियां बनाना है, लेकिन फिर भी मैं पावन हां, पवित्र हां। कैसे? रविदास ने यह भी कह दिता कि तुसी पावन नहीं हो, मैं पावन हां, तुसी पवित्र नहीं हो, मैं पवित्र हां।
ਇਸ ਨਾਲ ਤੇ ਉਤੇਜਿਤ ਹੋਣਾ ਹੀ ਸੀ। ਸਾਰੇ ਪ੍ਰੋਹਿਤ ਲੋਕਾਂ ਨੇ ਤੋ ਰਵਿਦਾਸ ਬੜੇ ਸੁੰਦਰ ਨਾਲ ਢੰਗ ਨਾਲ ਪ੍ਰੋਹਿਤਾਂ ਨੂੰ ਸਮਝਾਉਂਦੇ ਨੇ। ਆਪ ਫਰਮਾਨ ਕਰਦੇ ਨੇ, ਸੁਰਸਰੀ ਸਲਲ ਕ੍ਰਿਤ ਬਾਰ ਨੀਰੇ ਤੇ ਸੰਤ ਜਨ ਕਰਤ ਨਹਿ ਪਾਨ। ਅਗਰ ਗੰਗਾ ਦੇ ਜਲ ਦੀ ਸ਼ਰਾਬ ਬਣਾਈ ਜਾਏ ਤੇ ਕਿਸੇ ਸੰਤ ਦੇ ਅੱਗੋਂ ਪੇਸ਼ ਕੀਤੀ ਜਾਏ ਤੇ ਸੰਤ ਨੇ ਕਹਿ ਦੇਣਾ, ਠੀਕ ਹੈ ਇਹ ਗੰਗਾ ਜਲ ਦੀ ਬਣਾਈ ਗਈ ਹੈ, ਪਰ ਗੰਗਾ ਜਲ ਹੁਣ ਗੰਗਾ ਜਲ ਨਹੀਂ ਰਿਹਾ, ਉਹ ਸ਼ਰਾਬ ਹੋ ਗਿਆ, ਅਪਵਿੱਤਰ ਹੋ ਗਿਆ, ਮੈਂ ਨਹੀਂ ਪੀਆਂਗਾ। ਸੰਤ ਠੋਕਰ ਮਾਰ ਦੇਗਾ, ਚਾਹੇ ਉਹ ਸ਼ਰਾਬ ਗੰਗਾ ਦੇ ਜਲ ਦੀ ਕਿਉਂ ਨਹੀਂ ਬਣੀ ਹੋਈ। ਸੁਰਸਰੀ ਸਲਲ ਕ੍ਰਿਤ ਬਾਰ ਨੀਰੇ ਤੇ ਸੰਤ ਜਨ ਕਰਤ ਨੈ ਪਾਨ। ਸੁਰਾ ਅਪਵਿੱਤਰ ਨਤ ਅਵਰ ਜਲ ਰੇ, ਸੁਰਸਰੀ ਮਿਲਤ ਨੈ ਹੋਤ ਆਨੰ। ਉਹੀ ਸ਼ਰਾਬ ਦੀ ਬੋਤਲ ਜੇ ਵਗਦੀ ਹੋਈ ਗੰਗਾ ਦੇ ਚ ਉੰਡੇਲ ਦਿੱਤੀ ਜਾਏ ਤਾਂ ਉਸ ਗੰਗਾ ਦਾ ਜਲ ਸੰਤ ਪੀਵੇਗਾ ਵੀ ਸਹੀ, ਸੰਤ ਇਸ਼ਨਾਨ ਵੀ ਕਰੇਗਾ। ਕਿਉਂ ਕਿ ਹੁਣ ਗੰਦੇ ਨਾਲੇ ਤੇ ਗੰਦੀ ਸ਼ਰਾਬ ਗੰਗਾ ਦੇ ਚ ਮਿਲ ਕੇ ਗੰਗਾ ਦਾ ਰੂਪ ਧਾਰਨ ਕਰ ਚੁੱਕੇ ਨੇ। ਹੂ ਬਹੁ ਰਵਿਦਾਸ ਨੇ ਕਿਹਾ, ਭਾਵੇਂ ਤੁਸੀਂ ਨਿਰਮਲ ਗੰਗਾ ਦੀ ਤਰ੍ਹਾਂ ਸੀ, ਲੇਕਿਨ ਹੁਣ ਤੁਸੀਂ ਸ਼ਰਾਬ ਦੀ ਤਰ੍ਹਾਂ ਬਣ ਗਏ ਹੋ, ਗੰਗਾ ਤੋਂ ਵੱਖ ਹੋ। ਭਾਵੇਂ ਮੈਂ ਸ਼ਰਾਬ ਦੀ ਬੋਤਲ ਦੀ ਤਰ੍ਹਾਂ ਸੀ, ਪਰ ਮੈਂ ਗੰਗਾ ਦੇ ਚ ਲੀਨ ਹੋ ਕੇ ਗੰਗਾ ਦਾ ਰੂਪ ਹੋ ਗਿਆ, ਪਾਵਨ ਹੋ ਗਿਆ, ਪਵਿੱਤਰ ਹੋ ਗਿਆ। ਭਾਵੇਂ ਮੈਂ ਅਛੂਤ ਘਰਾਣੇ ਚ ਪੈਦਾ ਹੋਇਆ ਤਾਂ ਵੀ ਮੈਂ ਪਵਿੱਤਰ ਹਾਂ, ਭਾਵੇਂ ਤੁਸੀਂ ਬ੍ਰਾਹਮਣ ਘਰ ਦੇ ਜਨਮੇ ਹੋ ਤਾਂ ਵੀ ਅਛੂਤ ਹੋ। ਇਸ ਢੰਗ ਦੀ ਹੌਸਲਾਮੰਦ ਔਰ ਬੜੇ ਦਾਰਸ਼ਨਿਕ ਢੰਗ ਨਾਲ ਗੱਲ ਕਰਨੀ ਇਸ ਗੱਲ ਤੋਂ ਸਬੂਤ ਹੈ ਕਿ ਇਹ ਵਿਦਿਆ ਅਨੁਭਵੀ ਸੀ। ਦਰਅਸਲ ਵਿਦਿਆ ਹੁੰਦੀ ਹੀ ਦੋ ਤਰ੍ਹਾਂ ਦੀ ਹੈ, ਇੱਕ ਤੇ ਹੋ ਕਿਤਾਬੀ ਵਿਦਿਆ, ਅਕਸ਼ਰੀ ਵਿਦਿਆ, ਇੱਕ ਉਹ ਜੋ ਅਨੁਭਵੀ ਵਿਦਿਆ ਹੈ। ਕਿਤਾਬੀ ਵਿਦਿਆ ਇੰਜ ਹੈ ਜੈਸੇ ਹੌਜ਼ ਦਾ ਪਾਣੀ, ਔਰ ਅਨੁਭਵੀ ਵਿਦਿਆ ਐਸੀ ਹੈ ਜੈਸੇ ਝਰਨਿਆਂ ਦਾ ਜਲ ਜੋ ਪਹਾੜਾਂ ਵਿੱਚੋਂ ਸੋਮੇ ਨਿਕਲਦੇ ਨੇ। ਈਸ਼ਵਰ ਦਾ ਚਿੰਤਨ ਕਰਦਿਆਂ ਕਰਦਿਆਂ ਜਦ ਮਨੁੱਖ ਦੀ ਸੁਰਤ ਈਸ਼ਵਰ ਦੇ ਚ ਲੀਨ ਆਉਂਦੀ ਹੈ ਤੇ ਉਹਦੇ ਅੰਦਰੋਂ ਗਿਆਨ ਦੇ ਝਰਨੇ ਫੁੱਟ ਪੈਂਦੇ ਨੇ। ਚੌਕ ਵਿੱਚ ਬੈਠੇ ਆਪ ਜੁੱਤੀਆਂ ਗੰਢ ਰਹੇ ਸਨ। ਇੱਕ ਜੁੱਤੀ ਗੰਢਾਉਣ ਆਇਆ, ਉਹਨੇ ਤਰਕ ਖੜੀ ਕਰ ਦਿੱਤੀ, ਬਈ ਸੁਣ ਚਮਾਰਾ, ਆਖਰ ਗੰਢਦਾ ਤੇ ਤੂੰ ਜੁੱਤੀਆਂ ਹੀ ਹੈ, ਭਗਤ ਕਿਹੜੀ ਗੱਲ ਦਾ ਬਣਿਆ ਹੈ। ਉੱਥੇ ਰਵਿਦਾਸ ਕਹਿੰਦੇ ਨੇ, ਚਮਰ ਠਾ ਗਾਂਠ ਨਾ ਜਾਣਾ ਹੀ, ਮੈਂ ਜੁੱਤੀ ਗੰਢਣਾ ਜਾਣਦਾ ਹੀ ਨਹੀਂ। ਲੋਗ ਗਠਾਵੇਂ ਪਾ ਨਹੀਂ, ਲੋਕ ਗਠਾਂਦੇ ਨੇ ਪੈਰਾਂ ਦੀ ਜੁੱਤੀ, ਜਦ ਕਿ ਮੈਂ ਜੁੱਤੀ ਗੰਢਣਾ ਜਾਣਦਾ ਹੀ ਨਹੀਂ। ਔਰ ਅਖੀਰ ਵਿੱਚ ਸ਼ਬਦ ਵਿੱਚ ਕਹਿੰਦੇ ਨੇ, ਲੋਗ ਗੰਠ ਗੰਠ ਖਰਾਬ ਗੋਚਾ, ਹਉ ਬਿਨ ਗੰਠੇ ਜਾਏ ਪਹੁੰਚਾ। ਬਹੁਤ ਕੀਮਤੀ ਗੱਲ ਰਹਿਸ ਤੇ ਰਮਜ਼ ਵਿੱਚ ਸ਼੍ਰੀ ਰਵਿਦਾਸ ਜੀ ਮਹਾਰਾਜ ਕਹਿ ਗਏ ਨੇ। ਆਪ ਕਹਿੰਦੇ ਨੇ, ਸਰੀਰ ਇੱਕ ਚਮੜੇ ਦੀ ਮੜੀ ਹੋਈ ਜੁੱਤੀ ਤੇ ਹੈ, ਹੋਰ ਕੀ ਹੈ। ਔਰ ਐਸਾ ਹੁੰਦਾ ਹੈ ਕਿ ਕਦੀ ਪੁੱਤਰਾਂ ਨਾਲੋਂ ਟੁੱਟਦੀ ਹੈ ਤੇ ਬੰਦਾ ਫਿਰ ਗੰਢਦਾ ਹੈ, ਮਿੱਤਰਾਂ ਨਾਲ ਟੁੱਟਦੀ ਹੈ ਬੰਦਾ ਫਿਰ ਗੰਢਦਾ ਹੈ, ਭਰਾਵਾਂ ਨਾਲ ਟੁੱਟਦੀ ਹੈ ਬੰਦਾ ਫਿਰ ਗੰਢਦਾ ਹੈ, ਪਤਨੀ ਨਾਲ ਟੁੱਟਦੀ ਹੈ, ਪਤੀ ਨਾਲ ਟੁੱਟਦੀ ਹੈ, ਔਰ ਟੁੱਟਣ ਤੇ ਫਿਰ ਬੰਦਾ ਉਸ ਨੂੰ ਗੰਢਦਾ ਹੈ। ਰਵਿਦਾਸ ਕਹਿੰਦੇ, ਮੈਂ ਦੇਖਦਾ ਇਹ ਜੁੱਤੀ ਰੋਜ਼ ਟੁੱਟਦੀ ਹੈ, ਇਹ ਜੁੱਤੀ ਲੋਕੀ ਰੋਜ਼ ਗੰਢਾਉਂਦੇ ਨੇ। ਲੋਕ ਗੰਠ ਗੰਠ ਖਰਾਬ ਗੋਚਾ, ਲੋਕ ਇਸ ਤਰ੍ਹਾਂ ਇਸ ਜੁੱਤੀ ਨੂੰ ਰੋਜ਼ ਗੰਢਾ ਗੰਢਾ ਕੇ ਖੱਜਲ ਖੁਆਰ ਹੋ ਰਹੇ ਨੇ, ਪਰੇਸ਼ਾਨ ਹੋ ਰਹੇ ਨੇ, ਦੁਖੀ ਹੋ ਰਹੇ ਨੇ। ਹੋ ਬਿਨ ਗੰਠੇ ਜਾਏ ਪਹੁੰਚਾ, ਮੈਂ ਬਿਨਾਂ ਗੰਢਿਆਂ ਹੀ ਪ੍ਰਮਾਤਮਾ ਦੇ ਦਰ ਤੇ ਪਹੁੰਚ ਗਿਆ, ਅਕਾਲ ਪੁਰਖ ਦੇ ਦਰ ਤੇ ਪਹੁੰਚ ਗਿਆ। ਮੈਂ ਕਿਸੇ ਨਾਲ ਵੀ ਨਹੀਂ ਗੰਢੀ, ਔਰ ਮੈਂ ਐਸੇ ਅਕਾਲ ਪੁਰਖ ਪ੍ਰਮਾਤਮਾ ਨਾਲ ਗੰਢ ਪਾਈ ਹੈ ਜਿਹੜੀ ਟੁੱਟਦੀ ਨਹੀਂ। ਤੋਰੀ ਨ ਟੂਟੇ ਛੋਰੀ ਨ ਛੂਟੇ, ਐਸੀ ਮਾਧੋ ਖਿੰਚਤਨੀ, ਸਾਚੀ ਪ੍ਰੀਤ ਹਮ ਤੁਮ ਸਿਉ ਜੋਰੀ, ਤੁਮ ਸਿਉ ਜੋਰ ਅਵਰ ਸੰਗ ਤੋਰੀ। ਇਹ ਭਗਤ ਰਵਿਦਾਸ ਜੀ ਮਹਾਰਾਜ ਦਾ ਸ਼ਬਦ ਹੈ। ਆਪ ਇਸ ਸ਼ਬਦ ਵਿੱਚ ਕਹਿੰਦੇ ਨੇ, ਤੁਮਰੇ ਭਜਨ ਕਟੇ ਜਮ ਫਾਸਾ, ਭਗਤ ਹੇਤ ਗਾਵੇ ਰਵਿਦਾਸਾ। ਭਗਤੀ ਭਾਵ ਨਾਲ, हे ਪ੍ਰਭੂ ਮੈਂ ਤੇਰੇ ਗੀਤ ਗਾ ਰਿਹਾ
ਕਿਉਂਕਿ ਮੈਨੂੰ ਇਹ ਬੋਧ ਹੋਇਆ ਹੈ ਕਿ ਤੇਰਾ ਭਜਨ, ਤੇਰੇ ਭਗਤੀ ਭਾਵਨਾ ਦੇ ਭਰੇ ਹੋਏ ਗੀਤ ਜਮਾਂ ਦੀ ਫਾਈ ਨੂੰ ਕੱਟ ਦਿੰਦੇ ਨੇ। ਜਮਾਂ ਦੀ ਫਾਈ, ਜਨਮਾਂ ਦੀ ਫਾਈ, ਬਾਰ-ਬਾਰ ਜੰਮਣਾ, ਬਾਰ-ਬਾਰ ਮਰਨਾ। ਦਰਅਸਲ ਇਸ ਦੇਸ਼ ਦੇ ਵਿੱਚ ਜਿਤਨੇ ਵੀ ਧਾਰਮਿਕ ਮਤ ਭਗਤ ਸੰਤ ਪੈਦਾ ਹੋਏ ਨੇ, ਉਹਨਾਂ ਨੇ ਸਭ ਤੋਂ ਵੱਡਾ ਦੁੱਖ ਹੀ ਮੰਨਿਆ ਬਾਰ-ਬਾਰ ਦਾ ਜੰਮਣਾ ਤੇ ਬਾਰ-ਬਾਰ ਦਾ ਮਰਨਾ। ਜੰਮਣ ਮਰਨਾ ਬਹੁਤ ਵੱਡਾ ਦੁੱਖ ਤੇ ਸਭ ਤੋਂ ਵੱਡਾ ਸੁਖ ਪਰਮ ਆਨੰਦ ਕੀ ਜਨਮ ਮਰਨ ਦੀ ਨਿਵਰਤੀ, ਜਨਮ ਮਰਨ ਤੋਂ ਛੁਟਕਾਰਾ। ਸਾਹਿਬਾਂ ਦੀ ਬਾਣੀ ਦਾ ਫੈਸਲਾ ਸਾਹਿਬ ਗੁਰੂ ਅਰਜਨ ਦੇਵ ਜੀ ਮਹਾਰਾਜ ਫਰਮਾਉਂਦੇ ਨੇ, ਪ੍ਰਭ ਜਨਮ ਮਰਨ ਨਿਵਾਰ, ਹਾਰ ਭਰਿਓ ਦੁਆਰ। ਦਰਅਸਲ ਇਸ ਨੂੰ ਸਭ ਤੋਂ ਵੱਡਾ ਦੁੱਖ ਕਿਉਂ ਮੰਨਿਆ ਗਿਆ? ਜੈਸੇ ਕੋਈ ਇੱਕ ਪਹਿਲੀ ਕਲਾਸ ਦੇ ਵਿੱਚ ਬੱਚਾ ਪੜ੍ਹ ਰਿਹਾ ਹੈ, ਸਾਲ ਮਿਹਨਤ ਕਰਕੇ ਉਹ ਦੂਜੀ ਚ ਆਇਆ ਹੈ, ਤੀਜੀ ਚ ਆਇਆ ਹੈ, ਚੌਥੀ ਚ ਆਇਆ ਹੈ, ਪੰਜਵੀਂ ਚ ਆਇਆ ਹੈ। ਇਸ ਤਰ੍ਹਾਂ ਲਗਾਤਾਰ 9-10 ਸਾਲ ਮਿਹਨਤ ਕਰਕੇ ਅੱਜ ਬੈਠਾ ਹੈ 10ਵੀਂ ਕਲਾਸ ਦੇ ਵਿੱਚ, ਤੇ ਉਸ ਨੂੰ ਕਹਿ ਦਿੱਤਾ ਜਾਏ ਬਈ ਕੱਲ ਤੋਂ ਤੂੰ ਪਹਿਲੀ ਕਲਾਸ ਦੇ ਵਿੱਚ ਬੈਠ। ਜਿਹੜੀਆਂ ਕਿਤਾਬਾਂ ਪੜ੍ਹ ਚੁੱਕੇ ਹੈ ਉਹ ਫਿਰ ਪੜ੍ਹ, ਜਿਨ੍ਹਾਂ ਕਲਾਸਾਂ ਚੋਂ ਤੂੰ ਲੰਘ ਚੁੱਕੇ ਹੈ ਫਿਰ ਲੰਘ। ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਦੁੱਖ ਹੈ, ਇਹ ਤੇ ਉਸ ਬੱਚੇ ਲਈ ਸਭ ਤੋਂ ਵੱਡਾ ਕਲੇਸ਼ ਹੈ। ਮਨੁੱਖ ਦਾ ਜਨਮ ਹੁੰਦਾ ਹੈ, ਪੰਗੂੜੇ 'ਚ ਖੇਡਦਾ ਹੈ, ਦੁੱਧ ਚੋਂਗਦਾ ਹੈ, ਅਚੇਤ ਅਵਸਥਾ ਦੇ ਵਿੱਚ ਪਿਆ ਰਹਿੰਦਾ ਹੈ, ਸਹਿਜੇ ਸਹਿਜੇ ਵੱਡਾ ਹੁੰਦਾ ਹੈ, ਖਿਡੌਣਿਆਂ ਨਾਲ ਖੇਡਦਾ ਹੈ, ਹੋਰ ਵੱਡਾ ਹੁੰਦਾ ਹੈ, ਬਾਲ ਸਕਾ ਛੋਟੇ ਛੋਟੇ ਬਾਲਕਾਂ ਨਾਲ ਖੇਡਦਾ ਹੈ, ਹੋਰ ਵੱਡਾ ਹੁੰਦਾ ਹੈ, ਸਕੂਲ ਜਾਂਦਾ ਹੈ, ਵਿਦਿਆਲੇ ਜਾਂਦਾ ਹੈ, ਵਿਦਿਆ ਪੜ੍ਹਦਾ ਹੈ, ਫਿਰ ਜਵਾਨ ਹੁੰਦਾ ਹੈ, ਵਿਆਹਿਆ ਜਾਂਦਾ ਹੈ, ਫਿਰ ਉਸਦੇ ਬੱਚੇ ਹੁੰਦੇ ਨੇ, ਕੰਮ ਧੰਦਿਆਂ ਦੇ ਵਿੱਚ ਇਹ ਪ੍ਰਵਿਰਤ ਹੁੰਦਾ ਹੈ, ਸੁਖ ਦੁੱਖ ਦੇ ਵਿੱਚ ਇਹ ਜੀਵਨ ਬਤੀਤ ਕਰਦਾ ਹੈ। ਅੱਜ ਬੁੱਢਾ ਹੋ ਗਿਆ ਹੈ ਤੇ ਫਿਰ ਅੱਜ ਮਰਨ ਲੱਗਿਆ ਹੈ, ਤੇ ਇਹਨੂੰ ਹੁਣ ਕੋਈ ਆਖੇ ਤੂੰ ਮਰ ਕੇ ਫਿਰ ਬੱਚਾ ਬਣਨਾ, ਤੂੰ ਫਿਰ ਖਿਡੌਣਿਆਂ ਦੀ ਖੇਡ ਖੇਡਣੀ ਹੈ, ਤੂੰ ਫਿਰ ਅਚੇਤ ਅਵਸਥਾ ਵਿੱਚ ਪਿਆ ਰਹਿਣਾ ਹੈ, ਤੂੰ ਫਿਰ ਛੋਟੇ ਛੋਟੇ ਬੱਚਿਆਂ ਨਾਲ ਖੇਡਣਾ ਹੈ, ਤੂੰ ਫਿਰ ਸਹਿਜੇ ਸਹਿਜੇ ਵੱਡੇ ਹੋ ਕੇ ਵਿਦਿਆਲੇ ਜਾਣਾ ਹੈ, ਤੂੰ ਫਿਰ ਜਵਾਨ ਹੋਣਾ ਹੈ, ਤੂੰ ਫਿਰ ਵਿਆਹਿਆ ਜਾਣਾ ਹੈ, ਤੂੰ ਫਿਰ ਕੰਮ ਧੰਦਿਆਂ ਦੇ ਵਿੱਚ ਪ੍ਰਵਿਰਤ ਹੋਣਾ ਹੈ, ਤੇ ਇਸ ਤਰ੍ਹਾਂ ਦੁੱਖ ਸੁੱਖ ਦੇ ਜੀਵਨ ਬਤੀਤ ਕਰਦਿਆਂ ਤੂੰ ਫਿਰ ਬੁੱਢੇ ਹੋਣਾ ਹੈ, ਤੇ ਤੂੰ ਫਿਰ ਮਰ ਜਾਣਾ ਹੈ। ਇਹ ਤੇ ਸਭ ਤੋਂ ਵੱਡਾ ਦੁੱਖ ਹੈ। ਜਿਨ੍ਹਾਂ ਕਲਾਸਾਂ ਚੋਂ ਲੰਘ ਚੁੱਕੇ ਹਾਂ ਉਹਨਾਂ ਚੋਂ ਫਿਰ ਲੰਘੀਏ, ਜਿਨ੍ਹਾਂ ਕਿਤਾਬਾਂ ਨੂੰ ਪੜ੍ਹ ਚੁੱਕੇ ਹਾਂ ਉਹ ਫਿਰ ਪੜ੍ਹੀਏ। ਭਗਤ ਰਵਿਦਾਸ ਜੀ ਮਹਾਰਾਜ ਨੇ ਇਹ ਪ੍ਰਾਰਥਨਾ ਕੀਤੀ ਹੈ, ਬਹੁਤ ਜਨਮ ਵਿਛਰੇ ਥੇ ਮਾਧੋ, ਇਹ ਜਨਮ ਤੁਮਾਰੇ ਲੇਖੇ, ਕਹਿ ਰਵਿਦਾਸ ਆਸ ਲਗ ਜਿਉ, ਚਿਰ ਭਇਓ ਦਰਸ਼ਨ ਦੇਖੇ। हे ਪ੍ਰਭੂ, ਬਹੁਤ ਜਨਮ ਮੈਂ ਵਿਛੜਿਆ ਹੀ ਰਿਹਾ, ਜੰਮਦਾ ਰਿਹਾ, ਮਰਦਾ ਰਿਹਾ, ਜਨਮਦਾ ਰਿਹਾ, ਮਰਦਾ ਰਿਹਾ। ਭਾਰਤ ਵਿੱਚ ਜਿਤਨੇ ਭਗਤ ਸੰਤ ਪੈਦਾ ਹੋਏ ਨੇ ਉਹਨਾਂ ਨੇ ਇਸ ਢੰਗ ਨਾਲ ਪੁਨਰ ਜਨਮ ਨੂੰ ਮੰਨਿਆ, ਤੇ ਭਾਰਤ ਤੋਂ ਬਾਹਰ ਅਗਰ ਕਿਸੇ ਨੇ ਪੁਨਰ ਜਨਮ ਨੂੰ ਮੰਨਿਆ ਤਾਂ ਉਹ ਕੇਵਲ ਸੂਫੀ ਫਕੀਰ ਹੀ ਨੇ। ਜੈਸੇ ਕਿ ਸ਼ਮਸ ਤਬਰੇਜ਼ ਦਾ ਕਹਿਣਾ ਹੈ, ਬਾਜ਼ ਆਮਦਮ ਤਾ ਯਾਰ ਰਾ ਮਹਿਮਾ ਕੁਨਮ। ਮੈਂ ਬਾਰ ਬਾਰ ਇਸ ਦੁਨੀਆ ਤੇ ਆਇਆ ਤਾਂ ਕਿ ਖੁਦਾ ਨੂੰ ਆਪਣੇ ਘਰ ਦਾ ਮਹਿਮਾਨ ਬਣਾ ਸਕਾਂ, ਆਪਣੇ ਘਰ ਦੇ ਚ ਲਿਆ ਸਕਾਂ। ਤੇ ਸ਼ਮਸ ਤਬਰੇਜ਼ ਕਹਿੰਦੇ ਨੇ, ਮੇਰਾ ਹਰ ਜਨਮ ਵਿਅਰਥ ਚਲਾ ਜਾਂਦਾ ਰਿਹਾ। ਉਹ ਤੇ ਇੱਥੇ ਤੱਕ ਕਹਿੰਦੇ ਨੇ ਕਿ ਜਦ ਮੈਂ ਸੁਰਤ ਨੂੰ ਪਿੱਛੇ ਲੈ ਜਾਣਾ ਤੇ ਮੈਨੂੰ 9 ਮਾਵਾਂ ਦਿਖਾਈ ਦੇਂਦੀਆਂ ਨੇ ਜਿਨ੍ਹਾਂ ਦੀ ਗੋਦ ਵਿੱਚ ਮੈਂ ਖੇਡ ਚੁੱਕਿਆ, ਜਿਨ੍ਹਾਂ ਨੇ ਪਾਲ ਪੋਸ ਕੇ ਮੈਨੂੰ ਵੱਡਾ ਕੀਤਾ ਸੀ। ਸੁਰਤ ਹੋਰ ਪਿੱਛੇ ਕੀਤੀ ਜਾਏ ਤਾਂ ਹੋਰ ਅਨੇਕਾਂ ਮਾਵਾਂ ਵੀ ਦਿਖਾਈ ਦੇ ਸਕਦੀਆਂ ਨੇ। ਦਰਅਸਲ ਅਧਿਆਤਮਿਕ ਸ਼ਕਤੀ ਨਾਲ ਜਦ ਬੰਦਾ ਸੁਰਤ ਅੱਗੇ ਕਰਦਾ ਹੈ ਤੇ ਭਵਿਸ਼ ਦੀ ਗੱਲ ਕਰ ਸਕਦਾ ਹੈ, ਪਿੱਛੇ ਕਰੇ ਤਾਂ ਉਹ ਭੂਤਕਾਲ ਦੀ ਗੱਲ ਵੀ ਕਰ ਸਕਦਾ ਹੈ। ਜੈਸੇ ਕਿ ਗੁਰੂ ਗੋਬਿੰਦ ਸਿੰਘ ਜੀ ਮਹਾਰਾਜ ਨੇ ਵਿਚਿਤ੍ਰ ਨਾਟਕ ਦੀ ਕਥਾ ਦੇ ਵਿੱਚ ਸਾਫ਼ ਕਿਹਾ ਕਿ ਮੈਂ ਹੇਮਕੁੰਡ ਦਾ ਤਪੀਸ਼ਵਰ ਸੀ, ਮੈਂ ਉੱਥੇ ਬੈਠ ਕੇ ਤਪ ਕਰਦਾ ਰਿਹਾ। ਇਹ ਸਾਹਿਬਾਂ ਦਾ ਪਿਛੋਕੜ ਹੈ। ਆਪ ਪਿਛੋਕੜ ਦੇ ਚ ਰਿਸ਼ੀ ਸਨ, ਤਪੀਸ਼ਵਰ ਸਨ, ਜਪੀਸ਼ਵਰ ਸਨ, ਔਰ ਉਹ ਵੀ ਹੇਮਕੁੰਡ ਦੇ ਚਬੀਸ਼ਵਰ, ਹੇਮਕੁੰਡ ਦੇ ਤਪੀਸ਼ਵਰ। ਇੱਕ ਗੱਲ ਸਪਸ਼ਟ ਹੋ ਗਈ, ਅਧਿਆਤਮਿਕ ਸ਼ਕਤੀ ਨਾਲ ਅਗਾਹ ਪਿਛਾਂ ਵੇਖਿਆ ਜਾ ਸਕਦਾ ਹੈ। ਤੋ ਰਵਿਦਾਸ ਵੀ ਪੁਨਰ ਜਨਮ ਦਾ ਪੂਰਾ ਬੋਧ ਰੱਖਦੇ ਨੇ, ਗਿਆਨ ਰੱਖਦੇ ਨੇ। ਸ਼ਮਸ ਤਬਰੇਜ਼ ਕਹਿੰਦੇ ਨੇ ਕਿ ਮੇਰਾ ਹਰ ਜਨਮ ਇਸ ਢੰਗ ਨਾਲ ਨਿਸਫਲ ਚਲਾ ਗਿਆ,
ਇੱਕ ਦਿਨ ਐਸਾ ਹੋਇਆ ਕਿ ਜਿਸ ਨੂੰ ਮੈਂ ਆਵਾਜ਼ਾਂ ਮਾਰਦਾ ਸੀ, ਜਿਹਨੂੰ ਆਪਣੇ ਮੈਂ ਹਿਰਦੇ ਦੇ ਘਰ ਦੇ ਵਿੱਚ ਮਹਿਮਾਨ ਬਣਾਉਣਾ ਚਾਹੁੰਦਾ ਸੀ, ਉਹ ਮਹਿਮਾਨ ਬਣਨ ਲਈ ਰਾਜ਼ੀ ਹੋ ਗਿਆ। ਮੇਰੀ ਖੁਸ਼ੀ ਦੀ ਕੋਈ ਇੰਤਹਾ ਨਾ ਰਹੀ। ਔਰ ਪ੍ਰਭੂ ਉਹ ਖੁਦਾ ਮੇਰੇ ਨਾਲ ਚੱਲ ਕੇ ਮੇਰੇ ਦੁਆਰ ਤੱਕ ਆਇਆ। ਮੈਂ ਕਿਹਾ ਅੰਦਰ ਪ੍ਰਵੇਸ਼ ਕਰਵਾਓ। ਖੁਦਾ ਨੇ ਕਿਹਾ ਨਹੀਂ, ਅੰਦਰ ਵੇਖ ਮੇਰੇ ਬੈਠਣ ਦੀ ਥਾਂ ਹੈ ਕਿ ਨਹੀਂ। ਕਹਿੰਦੇ ਨੇ ਸ਼ਮਸ ਤਬਰੇਜ਼ ਅੰਦਰ ਝਾਤੀ ਜਦ ਮਾਰਦੇ ਨੇ ਤੇ ਜਿਸ ਸਿੰਘਾਸਣ ਤੇ ਬਿਠਾਣਾ ਸੀ ਖੁਦਾ ਨੂੰ, ਉੱਥੇ ਕ੍ਰੋਧ ਬੈਠਾ, ਉੱਥੇ ਲੋਭ ਬੈਠਾ, ਉੱਥੇ ਹੰਕਾਰ ਬੈਠਾ। ਤੇ ਜਦ ਧੱਕੇ ਮਾਰ ਕੇ ਰਵਿਦਾਸ ਸ਼ਮਸ ਤਬਰੇਜ਼ ਉਹਨਾਂ ਨੂੰ ਕੱਢਦੇ ਨੇ ਤੇ ਖੁਦਾ ਨੂੰ ਕਹਿੰਦੇ ਨੇ ਆ ਅੰਦਰ। ਇਤਨੀ ਦੇਰ ਵਿੱਚ ਹੁੰਦਾ ਕੀ ਏ, ਉਹ ਕੱਢੇ ਹੋਏ ਫਿਰ ਅੰਦਰ ਆ ਜਾਂਦੇ ਨੇ ਔਰ ਉਹ ਸਿੰਘਾਸਣ ਤੇ ਬੈਠ ਜਾਂਦੇ ਨੇ। ਇਸ ਝਗੜੇ ਦੇ ਵਿੱਚ ਸ਼ਮਸ ਤਬਰੇਜ਼ ਕਹਿੰਦੇ ਨੇ ਮੇਰੀ ਜ਼ਿੰਦਗੀ ਵਿਅਰਥ ਚਲੀ ਗਈ। ਹਕੀਕਤ ਹੈ ਕਹਿਤ ਕਬੀਰੇ ਪੰਚ ਕੋ ਝਗਰੋ, ਝਗਰਤ ਜਨਮ ਗਵਾਇਆ, ਝੂਠੀ ਮਾਇਆ ਸਭ ਜਗ ਬਾਂਧਿਆ, ਮੈਂ ਰਾਮ ਰਮਤ ਸੁਖ ਪਾਇਆ। ਤੋ ਰਵਿਦਾਸ ਕਹਿੰਦੇ ਨੇ ਹੇ ਪ੍ਰਭੂ, ਮੈਂ ਬਹੁਤ ਜਨਮਾਂ ਤੋਂ ਵਿਛੜਿਆ ਰਿਹਾ, ਅਦ ਕੀ ਬਖਸ਼ਿਸ਼ ਕਰ, ਅਦ ਕੀ ਰਹਿਮਤ ਕਰ, ਤੂੰ ਮੇਰੇ ਹਿਰਦੇ ਵਿੱਚ ਆਣ ਕੇ ਵਸ ਤਾਂ ਕਿ ਜਨਮ ਮਰਨ ਤੋਂ ਛੁਟਕਾਰਾ ਹੋਵੇ। ਨਿਰਮਾਣਤਾ ਆਪ ਦੀ ਇਤਨੀ ਜ਼ਿਆਦਾ ਹੈ ਕਿ ਜਦ ਆਪ ਦੇ ਭਗਤੀ ਭਾਵ ਦਾ ਚਾਰੋਂ ਪਾਸੇ ਪ੍ਰਭਾਵ ਪਿਆ, ਆਪ ਦੇ ਗੁਣਾਂ ਦੀ ਮਹਿਕ ਜਦ ਚਾਰੋਂ ਪਾਸੇ ਫੈਲੀ ਤੇ ਕੁਦਰਤੀ ਸੀ ਇਸ ਤੋਂ ਨਾ ਚਾਹੁੰਦੇ ਹੋਇਆਂ ਵੀ ਲੋਕਾਂ ਨੇ, ਪ੍ਰੋਹਤ ਲੋਕਾਂ ਨੇ ਵੀ ਮੁਅੱਤਰ ਹੋਣਾ ਸੀ। ਤੋ ਬਨਾਰਸ ਦਾ ਜੋ ਮੁਖੀ ਪ੍ਰੋਹਤ ਸੀ, ਇੱਕ ਦਿਨ ਗੁਣਾਂ ਤੋਂ ਪ੍ਰਭਾਵਿਤ ਹੋ ਕੇ, ਭਗਤੀ ਭਾਵ ਤੋਂ ਪ੍ਰਭਾਵਿਤ ਹੋ ਕੇ ਆਪ ਦੇ ਕਦਮਾਂ ਤੇ ਆ ਕੇ ਡਿੱਗਿਆ। ਰਵਿਦਾਸ ਦੇ ਉੱਤੇ ਇੱਕਦਮ ਬਿਸਮਾਦ ਤਾਰੀ ਹੋ ਗਿਆ ਕਿ ਮੁਖੀ ਪ੍ਰੋਹਤ ਬਨਾਰਸ ਦੀ ਸਿਰਮੌਰ ਹਸਤੀ, ਉਹਦਾ ਮਸਤਕ ਮੇਰੇ ਕਦਮਾਂ ਤੇ। ਤੋ ਨਿਰਮਾਣਤਾ ਦੀ ਹੱਦ ਹੈ ਰਵਿਦਾਸ ਦੀ। ਆਪ ਕਹਿੰਦੇ ਨੇ ਮੇਰੀ ਜਾਤ ਕੁਡਵਾਂਡਲਾ ਢੋਰ ਢੁਵੰਤਾ, ਅਜ ਹੂੰ ਬਨਾਰਸੀ ਆਸ ਪਾਸਾ। ਮੈਂ ਤੇ ਇੱਕ ਚਮਾਰ ਦਾ ਪੁੱਤਰ ਹਾਂ। ਮੇਰਾ ਜਨਮ ਉਸ ਘਰਾਣੇ ਵਿੱਚ ਹੋਇਆ ਹੈ ਜਿਹੜੇ ਮੋਏ ਹੋਏ ਢੋਰਾਂ ਦੀ ਖੱਲ ਲਾਂਦੇ ਨੇ। ਔਰ ਅਜ ਹੂੰ ਬਨਾਰਸੀ ਆਸ ਪਾਸਾ, ਉਹ ਤੇ ਅੱਜ ਵੀ ਬਨਾਰਸ ਦੇ ਆਲੇ ਦੁਆਲੇ ਮੇਰੀ ਜ਼ਾਤ ਦੇ ਬੰਦੇ ਮੋਏ ਹੋਏ ਢੋਰਾਂ ਦੀ ਖੱਲ ਲਾਂਦੇ ਨੇ। ਮੇਰੀ ਜਾਤ ਕੁਟਬਾਂਡਲਾ ਢੋਰ ਢੋਵੰਤਾ, ਅਜ ਹੂੰ ਬਨਾਰਸੀ ਆਸ ਪਾਸਾ, ਪਰ ਅਬ ਵਿਪਰ ਤੇ ਪ੍ਰਧਾਨ ਕਰੇ ਡੰਡੌਤ, ਤੇਰੇ ਨਾਏ ਸਰਣਾਏ ਰਵਿਦਾਸ ਦਾਸਾ। हे ਪ੍ਰਭੂ, ਹੁਣ ਤੇ ਪ੍ਰਧਾਨ ਵਿਪਰ ਮੁਖੀ ਪ੍ਰੋਹਤ ਮੈਨੂੰ ਸਜਦਾ ਕਰਦਾ ਹੈ, ਮੈਨੂੰ ਮੱਥਾ ਟੇਕਦਾ ਹੈ, ਪਰ हे ਪ੍ਰਭੂ ਇਹ ਮੈਨੂੰ ਨਹੀਂ ਮੱਥਾ ਟੇਕ ਰਿਹਾ, ਇਹ ਤੈਨੂੰ ਹੀ ਮੱਥਾ ਟੇਕ ਰਿਹਾ ਹੈ, ਕਿਉਂਕਿ ਤੂੰ ਮੇਰੇ ਹਿਰਦੇ 'ਚ ਆਣ ਕੇ ਵਸਿਆ ਹੈ। ਜਿਸ ਦਿਨ ਦਾ ਤੂੰ ਮੇਰੇ ਹਿਰਦੇ 'ਚ ਆਣ ਕੇ ਵਸਿਆ ਹੈ, ਉਸ ਦਿਨ ਦਾ ਮੈਂ ਚਮਾਰ ਨਹੀਂ ਬ੍ਰਾਹਮਣ ਹੋ ਗਿਆ। ਉਸ ਦਿਨ ਦਾ ਮੈਂ ਅਛੂਤ ਨਹੀਂ ਪਾਵਨ ਹੋ ਗਿਆ। ਉਸ ਦਿਨ ਦਾ ਮੈਂ ਤੁੱਛ ਨਹੀਂ ਸ੍ਰੇਸ਼ਟ ਹੋ ਗਿਆ। ਔਰ ਉਸ ਦਿਨ ਦਾ ਮੈਂ ਇਹ ਵੀ ਮਹਿਸੂਸ ਕਰ ਰਿਹਾ ਕਿ ਹੁਣ ਤੇਰੇ ਤੇ ਮੇਰੇ ਵਿੱਚ ਕੋਈ ਅੰਤਰਾ ਵੀ ਨਹੀਂ ਰਿਹਾ। ਤੋ ਹੀ ਮੋਹੀ ਅੰਤਰ ਕੈਸਾ, ਕਨਕ ਕਟਕ ਜਲ ਤਰੰਗ ਜੈਸਾ। ਇਤੇ ਇਤਨਾ ਹੀ ਭੇਦ ਹੈ ਜੈਸੇ ਸੋਨਾ ਤੇ ਸੋਨੇ ਦੇ ਗਹਿਣੇ। ਲੇਕਿਨ ਇਹ ਭੇਦ ਵੀ ਮੇਰਾ ਮਿਟ ਗਿਆ। ਇਸ ਤੋਂ ਪਹਿਲੇ ਮੈਂ ਭਰਮ ਦੇ ਜ਼ਰੂਰ ਸੀ। ਮਾਧਵੇ ਕਿਆ ਕਹੀਏ ਭ੍ਰਮ ਐਸਾ, ਜੈਸਾ ਮਾਨੀਏ ਹੋਏ ਨ ਤੈਸਾ। ਨਰਪਤ ਏਕ ਸਿੰਘਾਸਨ ਸੋਇਆ, ਸੁਪਨੇ ਭਇਆ ਬਿਖਾਰੀ। ਅਛਤ ਰਾਜ ਵਿਚਰਤ ਦੁਖ ਪਾਇਆ, ਸੋਗਤ ਭਈ ਹਮਾਰੀ। ਇਹ ਅਵਸਥਾ ਮੇਰੀ ਰਹੀ ਹੈ ਜੈਸੇ ਕੋਈ ਰਾਜਾ ਸੌ ਜਾਏ ਤੇ ਸੁਪਨੇ 'ਚ ਬਿਖਾਰੀ ਹੋ ਜਾਏ ਤੇ ਦਰ ਦਰ ਭਿਕਸ਼ਾ ਮੰਗੇ ਤੇ ਦੁਖੀ ਹੋ ਰਿਹਾ ਹੋਵੇ, ਬੇਚੈਨ ਹੋ ਰਿਹਾ ਹੋਵੇ, ਰੋ ਰਿਹਾ ਹੋਵੇ। ਹੈ ਤੇ ਉਹ ਰਾਜਾ, ਪਰ ਨੀਂਦ ਕਰਕੇ ਬਿਖਾਰੀ ਬਣ ਗਿਆ। ਹੈ ਤੇ ਹਰ ਮਨੁੱਖ ਰਾਮ ਦੀ ਹੀ ਅੰਸ਼, ਪ੍ਰਭੂ ਦੀ ਹੀ ਅੰਸ਼, ਪਰ ਅਗਿਆਨ ਵਸ ਹੋ ਕੇ ਆਪਣੇ ਆਪ ਨੂੰ ਇਹ ਸਰੀਰ ਸਮਝ ਬੈਠਾ ਔਰ ਜਨਮ ਮਰਨ ਦੇ ਦੁੱਖ ਨੂੰ ਸਹਾਰਨ ਵਾਲਾ ਮਨ ਬੈਠਾ, ਸੰਸਾਰ ਦੀਆਂ ਵਿਪਤਾਵਾਂ ਸਹਿੜ ਬੈਠਾ। ਜਿਸ ਦਿਨ ਗਿਆਨ ਉਦੇ ਆਉਂਦਾ ਹੈ, ਜਿਸ ਦਿਨ ਪ੍ਰਕਾਸ਼ ਆਉਂਦਾ ਹੈ, ਉਸ ਦਿਨ ਇਸ ਨੂੰ ਪਤਾ ਚੱਲਦਾ ਹੈ। ਜਿਸ ਦਿਨ ਜਾਗਰਤ ਅਵਸਥਾ ਪ੍ਰਾਪਤ ਹੁੰਦੀ ਹੈ, ਉਸ ਦਿਨ ਇਸ ਨੂੰ ਬੋਧ ਆਉਂਦਾ ਹੈ ਮੈਂ ਤੇ ਰਾਜਾ ਹਾਂ, ਬਿਖਾਰੀ ਨਹੀਂ।
मैं ते शहनशाह। तो नरपत एक सिंहासन सोया, सुपने भया बिखारी, अछत राज बिछरत दुख पाया, सोगत भई हमारी। राज भयंग प्रसंग जैसे हैं, अब कछ मरम जनाया, अनेक कटक जैसे भूल परे, अब कहते कहन ना आया। बड़ा सुंदर उदाहरण देता है कि गली दे चों एक मनुख लंघिया जा रहा है, रस्सी पई है, अंधेरा है। तो अंधेरे ने भरम पैदा कीता, भरम ने रस्सी नूं सप बना दिता, ते जद रस्सी सप बन गई तो सप ने डर पैदा कर दिता, ते जद डर पैदा हो गया तो चलना रुक गया, सफर रुक गया। किसी ने लालटेन आके जलाई ते लालटेन दे रोशन होंदियां अंधेरा चला गया, अंधेरा चला गया, भरम चला गया, भरम चला गया तो सप भी चला गया, सप चला गया तो डर भी चला गया, और डर चला गया तो सफर दा जो है होना भी जारी हो गया। कदम चलने आरंभ हो गए, पैर रुके हुए चल पे। श्री रविदास जी महाराज कहते ने इस तरह भरम विच मैं रहा, पर हुण ए भरम दी निवृत्ति हो गई है। हुण ते हे प्रभु तो ही मोही अंतर कैसा, कनक कटक जल तरंग जैसा। हुण ते मैं तेरा रूप हो गया, तू मेरे अंदर की बैठा है कि मैं तेरा ही रूप हो गया। भावें मैं अछूत सी, पर हुण मैं पावन हो गया।